ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਆਪਾਂ ਈਵੀਐਸ ਦੇ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ, ਜਿਹੜੇ ਕਿ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਆਏ ਹੋਏ ਨੇ। ਇਹਦੇ ਵਿੱਚ ਆਪਾਂ ਕੰਟੈਂਟ ਪਲੱਸ ਪੈਡਾਗੋਜੀ ਦੇ ਪ੍ਰਸ਼ਨ ਹੋਣਗੇ ਜੀ, ਇਹਨਾਂ ਨੂੰ ਆਪਾਂ ਹੱਲ ਕਰਾਂਗੇ ਤੇ ਸਮਝਾਂਗੇ। ਤੁਸੀਂ ਸੈਸ਼ਨ ਨੂੰ ਚੰਗੀ ਤਰ੍ਹਾਂ ਵੇਖਣਾ ਹੈ ਤੇ ਜਿਹੜੇ ਵੀ ਪ੍ਰਸ਼ਨ ਹੋਣਗੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਜੀ, ਤੇ ਨਾਲ ਜਿਹੜਾ ਬੈਲ ਆਈਕਨ ਹੋਏਗਾ ਤੁਸੀਂ ਉਹ ਵੀ ਪ੍ਰੈਸ ਕਰ ਲਓ, ਤਾਂ ਕਿ ਕੱਲ ਨੂੰ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਜੀ ਉਹ ਨਾਲ ਦੀ ਨਾਲ ਮਿਲ ਜਾਇਆ ਕਰੇਗੀ। ਇਸ ਤੋਂ ਪਹਿਲਾਂ ਆਪਾਂ 60 ਕ ਪ੍ਰਸ਼ਨ ਸਮਝ ਚੁੱਕੇ ਹਾਂ। ਅੱਜ ਦੀ ਕਲਾਸ ਦੇ ਵਿੱਚ ਆਪਾਂ ਲਗਭਗ 30 ਪ੍ਰਸ਼ਨ ਨੂੰ ਸਮਝਾਂਗੇ। ਪਹਿਲਾ ਜਿਹੜਾ ਪ੍ਰਸ਼ਨ ਹੈ ਜੀ, ਲਦਾਖ ਠੰਡੇ ਰੇਗਿਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਕਿਹੜਾ ਪ੍ਰਾਂਤ ਹੈ? ਉਮੀਦ ਕਰਦਾ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਬਹੁਤ ਹੀ ਚੰਗੀ ਤਰ੍ਹਾਂ ਦਿਓਗੇ। ਤੇ ਹੁਣ ਨਿਊਜ਼ ਦੇ ਵਿੱਚ ਵੀ ਹੈ ਲਦਾਖ ਕਿਉਂ ਨਿਊਜ਼ ਦੇ ਵਿੱਚ ਹੈ ਜੀ, ਇਹਦੇ ਬਾਰੇ ਵੀ ਤੁਸੀਂ ਦੱਸਣਾ ਹੈ ਕਿ ਹਿਮਾਚਲ ਪ੍ਰਦੇਸ਼ ਹੈ, ਆਸਾਮ ਹੈ, ਜੰਮੂ ਤੇ ਕਸ਼ਮੀਰ ਹੈ ਜਾਂ ਫਿਰ ਉੱਤਰਾਖੰਡ ਹੈ। ਸੋ ਲਦਾਖ ਜਿਹੜਾ ਇਹ ਠੰਡਾ ਰੇਗਿਸਤਾਨ ਹੈ, ਕਈ ਸਟੂਡੈਂਟ ਕੀ ਕਰਦੇ ਆ ਜੀ, ਇਹ ਵੇਖਣਗੇ ਕਿ ਰੇਗਿਸਤਾਨ ਹੈ। ਰੇਗਿਸਤਾਨ ਦੀ ਗੱਲ ਜਦੋਂ ਵੀ ਕੀਤੀ ਜਾਂਦੀ ਹੈ, ਸਾਰੇ ਜਿਹੜੇ ਸਟੂਡੈਂਟ ਹੈਗੇ ਆ ਜੋ ਰਾਜਸਥਾਨ ਨਾਲ ਕਨੈਕਟ ਕਰ ਲੈਂਦੇ ਆ। ਬਿਲਕੁਲ ਉੱਥੇ ਸਹਾਰਾ ਰੇਗਿਸਤਾਨ ਤੁਹਾਨੂੰ ਵੇਖਣ ਨੂੰ ਮਿਲਦਾ ਹੈ, ਬਟ ਉੱਥੇ ਠੰਡਾ ਰੇਗਿਸਤਾਨ ਨਹੀਂ ਵੇਖਣ ਨੂੰ ਮਿਲਦਾ, ਉੱਥੇ ਗਰਮ ਰੇਗਿਸਤਾਨ ਹੈ। ਲਦਾਖ ਜੇ ਆਪਾਂ ਲਦਾਖ ਦੀ ਜੇ ਠੰਡੇ ਰੇਗਿਸਤਾਨ ਦੀ ਗੱਲ ਕਰੀਏ, ਇਹ ਤੁਹਾਨੂੰ ਕਿੱਥੇ ਵੇਖਣ ਨੂੰ ਮਿਲਦਾ ਹੈ ਜੀ? ਇਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਲਦਾਖ ਨੂੰ ਹੁਣ ਕੀ ਬਣਾ ਦਿੱਤਾ ਗਿਆ ਹੈ ਜੀ, ਯੂਨੀਅਨ ਐਂਡ ਟੈਰੀਟਰੀ ਬਣਾ ਦਿੱਤਾ ਗਿਆ ਹੈ, ਤੇ ਇਹੋ ਜਿਹਾ ਪ੍ਰਸ਼ਨ ਆਉਣ ਦੇ ਚਾਂਸਸ ਹੈ ਵੀ ਨਹੀਂ। ਸਗੋਂ ਹੁਣ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਠੰਡਾ ਰੇਗਿਸਤਾਨ ਹੈ ਜੋ ਕਿੱਥੇ ਵੇਖਣ ਨੂੰ ਮਿਲਦਾ ਹੈ। ਸੋ ਜਦੋਂ ਵੀ ਉਹ ਪੁੱਛਣਗੇ ਕਿ ਠੰਡਾ ਰੇਗਿਸਤਾਨ ਕਿੱਥੇ ਹੈ ਜੀ, ਤੁਸੀਂ ਉਹਦਾ ਜਵਾਬ ਦੇਣਾ ਹੈ ਲਦਾਖ, ਕਿਉਂਕਿ ਲਦਾਖ ਤੇ ਜੰਮੂ ਐਂਡ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ ਸਰਕਾਰ ਦੁਆਰਾ। ਸੋ ਆਪਸ਼ਨ ਨੰਬਰ ਇੱਥੇ ਸੀ ਹੈ, ਕਿਉਂਕਿ ਪੁਰਾਣੇ ਪ੍ਰਸ਼ਨਾਂ ਦੇ ਵਿੱਚ ਆਇਆ ਹੋਇਆ ਸੀਗਾ ਤੇ ਮੈਂ ਇਹਨੂੰ ਐਡ ਕਰ ਲਿਆ। ਅੱਗੇ ਵੇਖੋ ਜੀ, ਇਹਨਾਂ ਵਿੱਚੋਂ ਕਿਹੜਾ ਜਿਹੜਾ ਪਾਣੀ ਨੂੰ ਬਚਾਉਣ ਦਾ ਤਰੀਕਾ ਨਹੀਂ ਹੈ? ਪਾਣੀ ਨੂੰ ਤੁਸੀਂ ਬਚਾਉਣਾ ਹੈ ਜੀ, ਤੇ ਮਾਫ ਕਰਿਓ ਅੰਗਰੇਜ਼ੀ ਮੀਡੀਅਮ ਵਾਲਿਓ, ਕਿਉਂਕਿ ਤੁਹਾਡੇ ਜਿਹੜੇ ਅੰਗਰੇਜ਼ੀ ਦੇ ਵਿੱਚ ਜਿਹੜੇ ਪ੍ਰਸ਼ਨ ਸੀਗੇ ਜੀ ਉਹ ਮੈਂ ਟਾਈਪ ਨਹੀਂ ਕਰ ਸਕਿਆ, ਕਿਉਂਕਿ ਟਾਈਮ ਦੀ ਕਾਫੀ ਜ਼ਿਆਦਾ ਸ਼ਾਰਟੇਜ ਹੁੰਦੀ ਆ, ਤੇ ਜਿਹੜੇ 30 ਪ੍ਰਸ਼ਨ ਵੀ ਹੁੰਦੇ ਆ ਜੀ, ਇਹਨਾਂ ਨੂੰ ਬਣਾਉਣ ਲੱਗੇ ਫਿਰ ਸਮਾਂ ਕਾਫੀ ਲੱਗ ਜਾਂਦਾ, ਜਿਹਦੇ ਕਰਕੇ ਤੁਸੀਂ ਬਸ ਕਨਸੈਪਟ ਹੀ ਸਮਝਣਾ ਹੈ ਤੇ ਜਿਹੜੇ ਵੀ ਪ੍ਰਸ਼ਨ ਹੋਣਗੇ ਜੀ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਮਾੜਾ ਮੋਟਾ ਤੁਸੀਂ ਐਡਜਸਟ ਕਰ ਲਿਓ, ਬਟ ਆਪਾਂ ਪ੍ਰਸ਼ਨ ਨੂੰ ਵੇਖਦੇ ਹਾਂ ਹੁਣ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਪਾਣੀ ਨੂੰ ਬਚਾਉਣ ਦਾ ਤਰੀਕਾ ਨਹੀਂ ਹੈ। ਮਤਲਬ ਇਹ ਕਿ ਇੱਥੇ 3 ਆਪਸ਼ਨਾਂ ਤੇ ਇਹੋ ਜਿਹੀਆਂ ਹੈਗੀਆਂ ਜਿਹਦੇ ਨਾਲ ਤੁਸੀਂ ਪਾਣੀ ਬਚਾਉਂਦੇ ਹੋ। ਮੈਂ ਚਲੋ ਇਹਦੇ ਨਾਲ ਅੰਗਰੇਜ਼ੀ ਵੀ ਦੱਸ ਦੂੰਗਾ। ਬਾਉਲੀ, ਇਹ ਕੀ ਹੈ ਜੀ? ਇਹਨੂੰ ਤੁਸੀਂ ਸਟੈਪ ਵੈਲਸ ਕਹਿੰਦੇ ਹੋ। ਪਾਈਪਾਂ ਨਾਲ ਪੌਦਿਆਂ ਨੂੰ ਪਾਣੀ ਦੇਣਾ, ਇਹਨੂੰ ਤੁਸੀਂ ਅੰਗਰੇਜ਼ੀ ਵਿੱਚ ਡ੍ਰਿਪ ਇਰੀਗੇਸ਼ਨ ਕਹਿੰਦੇ ਹੋ। ਆਰਓ ਤਾਂ ਤੁਹਾਨੂੰ ਪਤਾ ਹੀ ਹੈ ਜੀ, ਆਰਓ ਇਲਾਕੇ ਦੇ ਤਲਾਬ, ਇਹਨੂੰ ਤੁਸੀਂ ਕਹਿੰਦੇ ਹੋ ਜੀ ਕਮਿਊਨਿਟੀ ਟੈਂਕਸ। ਠੀਕ ਹੈ ਜੀ, ਜਦੋਂ ਕਮਿਊਨਿਟੀ ਟੈਂਕਸ ਬਣਾਏ ਜਾਂਦੇ ਆ, ਮਤਲਬ ਕਿ ਜਦੋਂ ਸਾਰੇ ਰਲ ਕੇ ਪਾਣੀ ਯੂਜ਼ ਕਰਨਗੇ, ਠੀਕ ਹੈ ਜੀ, ਇਲਾਕੇ ਦੇ ਵਿੱਚ ਜਿਹੜੇ ਤਲਾਬ ਜਿਹੜੇ ਹੈਗੇ ਆ ਜੀ ਕਮਿਊਨਿਟੀ ਟੈਂਕ ਕਹਿ ਲਾਂਗੇ ਜੀ, ਤੇ ਇਹ ਤਾਂ ਠੀਕ ਹੈ ਜੀ, ਪਾਣੀ ਬਚਾਉਣ ਦਾ ਤਰੀਕਾ ਹੈ। ਬਾਉਲੀ ਸਟੈਪ ਵੈਲਸ, ਠੀਕ ਹੈ ਜੀ, ਮਤਲਬ ਕਿ ਇਹਨਾਂ ਦੀ ਵਰਤੋਂ ਵੀ ਪਾਣੀ ਬਚਾਉਣ ਲਈ ਕੀਤੀ ਜਾਂਦੀ ਹੈ। ਤੇ ਪਾਈਪਾਂ ਨਾਲ ਪੌਦਿਆਂ ਨੂੰ ਪਾਣੀ ਦੇਣਾ, ਠੀਕ ਹੈ ਜੀ, ਇਹ ਵੀ ਗੱਲ ਠੀਕ ਹੈ, ਪਾਣੀ ਦੀ ਵੇਸਟੇਜ ਨਹੀਂ ਹੋਏਗੀ, ਪਾਣੀ ਬਚਾਉਣ ਦਾ ਇਹ ਵੀ ਇੱਕ ਤਰੀਕਾ ਹੈ। ਬਟ ਆਰਓ ਦੀ ਜੇ ਆਪਾਂ ਗੱਲ ਕਰੀਏ, ਆਰਓ ਨੂੰ ਆਪਾਂ ਯੂਜ਼ ਪਾਣੀ ਬਚਾਉਣ ਲਈ ਤਾਂ ਹੀ ਕਰਦੇ ਨਾ। ਸੋ ਆਪਸ਼ਨ ਨੰਬਰ ਸੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ ਕਿ ਇਹ ਜਿਹੜਾ ਤਰੀਕਾ ਹੈ ਇਹ ਪਾਣੀ ਨੂੰ ਬਚਾਉਣ ਦਾ ਤਰੀਕਾ ਨਹੀਂ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਰਸਾਇਣੀ ਸਮੂਹ ਪਾਣੀ ਸ਼ੁੱਧੀ ਲਈ ਯੋਗ ਹੁੰਦਾ ਹੈ? ਤੁਸੀਂ ਇਹ ਦੱਸਣਾ ਹੈ ਜੀ। ਇੱਥੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਹੈ ਕਿ ਤੁਸੀਂ ਕਿਹੜਾ ਕੈਮੀਕਲ ਯੂਜ਼ ਕਰਦੇ ਹੋ, ਕਿਹਦੇ ਲਈ? ਵਾਟਰ ਪਿਉਰੀਫਿਕੇਸ਼ਨ ਲਈ। ਵਾਟਰ ਪਿਉਰੀਫਿਕੇਸ਼ਨ ਲਈ, ਪਾਣੀ ਸ਼ੁੱਧੀ ਲਈ ਤੁਸੀਂ ਜਿਹੜਾ ਕੈਮੀਕਲ ਯੂਜ਼ ਕਰਦੇ ਹੋ, ਰਸਾਇਣੀ ਯੂਜ਼ ਕਰਦੇ ਹੋ, ਕਿਹੜਾ ਸਮੂਹ ਹੈ ਉਹ? ਕਲੋਰੀਨ, ਓਜ਼ੋਨ, ਚਾਰਕੋਲ, ਰੇਡੀਅਮ, ਓਜ਼ੋਨ, ਐਲੂਮੀਨੀਅਮ, ਓਜ਼ੋਨ, ਮੈਗਨੀਸ਼ੀਅਮ, ਬੋਮਾਈਨ, ਓਜ਼ੋਨ, ਫਿਟਕਰੀ। ਇੱਥੇ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਏ, ਕਲੋਰੀਨ, ਓਜ਼ੋਨ ਤੇ ਚਾਰਕੋਲ। ਇਹਨਾਂ ਦੀ ਤੁਸੀਂ ਵਰਤੋਂ ਕਰਦੇ ਹੋ ਕਿਹਦੇ ਲਈ ਜੀ? ਆਪਾਂ ਵਾਟਰ ਨੂੰ ਪਿਉਰੀਫਾਈ ਕਰਨ ਲਈ ਇਹ ਜਿਹੜੇ ਕੈਮੀਕਲ ਹੈਗੇ ਆ ਜੀ ਇਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਆਸ਼ੂ ਨੇ ਆਂਡੇ ਉਬਾਲਦੇ ਆ, ਮਤਲਬ ਵੀ ਕਿ ਉਬਾਲਦਾ ਹੈ ਜੀ, ਮਤਲਬ ਕਿ ਬੋਇਲ ਕੀਤੇ ਜੀ ਆਂਡੇ ਜਿਹੜੇ ਸੀਗੇ, ਅਚਾਨਕ ਹੀ ਪਾਣੀ ਵਿੱਚ ਬਹੁਤਾ ਲੂਣ ਪਾ ਦਿੱਤਾ, ਵੀ ਆਂਡਿਆਂ ਨੂੰ ਕੀ ਹੋਇਆ? ਮਤਲਬ ਕੀ ਹੋਊਗਾ? ਮੰਨ ਲਓ ਵੀ ਤੁਸੀਂ ਕੀ ਕਰ ਰਹੇ ਸੀਗੇ ਜੀ, ਐਗ ਬੋਇਲ ਕਰ ਰਹੇ ਸੀਗੇ। ਐਗ ਬੋਇਲ ਕਰਦੇ ਕਰਦੇ ਤੁਸੀਂ ਉਹਦੇ ਵਿੱਚ ਜਿਹੜੀ ਸਾਲਟ ਦੀ ਮਾਤਰਾ ਹੁੰਦੀ ਹੈ, ਲੂਣ ਹੁੰਦਾ ਹੈ, ਤੁਸੀਂ ਉਹ ਸਿੱਟਤਾ ਉਹਦੇ ਵਿੱਚ। ਫਿਰ ਉਹਦੇ ਨਾਲ ਕੀ ਹੋਊਗਾ? ਲੂਣ ਪਾਉਣ ਨਾਲ ਪਾਣੀ ਦੀ ਜਿਹੜੀ ਘਣਤਾ ਹੈ ਉਹ ਵੱਧ ਗਈ ਹੈ ਤੇ ਆਂਡੇ ਤੈਰਨ ਲੱਗੇ। ਆਪਸ਼ਨ ਨੰਬਰ ਬੀ, ਲੂਣ ਪਾਉਣ ਨਾਲ ਪਾਣੀ ਦੀ ਜਿਹੜੀ ਘਣਤਾ ਹੈ, ਘਣਤਾ ਕਹਿੰਦੇ ਆ ਜੀ ਡੈਂਸਿਟੀ ਨੂੰ, ਠੀਕ ਹੈ ਜੀ, ਘਣਤਾ ਘਟ ਗਈ ਅਤੇ ਆਂਡੇ ਤੈਰਨ ਲੱਗੇ। ਲੂਣ ਪਾਉਣ ਨਾਲ ਪਾਣੀ ਦੀ ਜਿਹੜੀ ਘਣਤਾ ਹੈ ਉਹ ਵੱਧ ਗਈ ਅਤੇ ਆਂਡੇ ਡੁੱਬ ਗਏ, ਜਾਂ ਫਿਰ ਲੂਣ ਪਾਉਣ ਨਾਲ ਪਾਣੀ ਦੀ ਜਿਹੜੀ ਘਣਤਾ ਹੈ ਘਟ ਗਈ ਤੇ ਆਂਡੇ ਡੁੱਬ ਗਏ। ਦੱਸੋ ਕੀ ਹੋਏਗਾ ਜੀ? ਇੱਥੇ ਹੈ ਵੱਧ ਗਈ, ਇੱਥੇ ਹੈ ਘਟ ਗਈ, ਮਤਲਬ ਕਿ ਇਹਨਾਂ ਦੇ ਵਿੱਚੋਂ ਹੀ ਕੋਈ ਜਵਾਬ ਹੋਊਗਾ। ਲੂਣ ਪਾਉਣ ਨਾਲ, ਜਦੋਂ ਵੀ ਆਪਾਂ ਪਾਣੀ ਦੀ ਗੱਲ ਕਰਦੇ ਹਾਂ, ਪਾਣੀ ਦੇ ਵਿੱਚ ਜਦੋਂ ਆਪਾਂ ਨਮਕ ਪਾਉਂਦੇ ਆ, ਲੂਣ ਪਾ ਦਿੰਨੇ ਆ, ਸਾਲਟ ਦੀ ਜਿਹੜੀ ਮਾਤਰਾ ਹੈਗੀ ਹੈ ਜੀ ਉਹ ਆਪਾਂ ਪਾ ਦਿੰਨੇ ਆ, ਇਹਦੇ ਨਾਲ ਕੀ ਹੁੰਦਾ ਹੈ ਜੀ, ਜਿਹੜਾ ਪਾਣੀ ਹੈ ਉਹਦੀ ਜਿਹੜੀ ਘਣਤਾ ਹੈ ਜੀ ਜਿਹੜੀ ਘਣਤਾ ਹੈ ਉਹ ਕੀ ਹੋਊਗੀ ਜੀ, ਜਿਹੜੀ ਡੈਂਸਿਟੀ ਹੈ ਜੀ ਉਹ ਵੱਧ ਜਾਏਗੀ।
ਤੇ ਡੈਂਸਿਟੀ ਵਧਣ ਨਾਲ ਕੀ ਹੋਊਗਾ ਜੀ, ਜਿਹੜੇ ਵਾਟਰ ਦੇ ਪਾਰਟੀਕਲਸ ਹੈਗੇ ਜੋ ਪਹਿਲਾਂ ਦੂਰ ਦੂਰ ਸੀਗੇ ਉਹ ਹੋਰ ਨੇੜੇ ਨੇੜੇ ਹੋ ਜਾਣਗੇ। ਠੀਕ ਹੈ ਨਾ ਜੀ, ਮਤਲਬ ਕਿ ਜਿਹੜਾ ਮਾਸ ਹੈ, ਜਿਹੜਾ ਇਹਦਾ ਮਾਸ ਹੈ ਜੀ, ਵੋਲਿਊਮ ਤਾਂ ਸੇਮ ਹੀ ਰਹੂਗਾ ਨਾ, ਮਾਸ ਵੱਧ ਜਾਣਾ ਪਾਣੀ ਦਾ। ਪਾਣੀ ਦੇ ਮਾਸ ਵਧਣ ਨਾਲ, ਪਾਣੀ ਦੇ ਜਦੋਂ ਮਾਸ ਹੈ ਜੀ ਉਹਦੇ ਵਧਣ ਨਾਲ ਜਿਹੜਾ ਆਂਡਾ ਹੈ ਜੀ ਉਹ ਕੀ ਕਰੇਗਾ ਜੀ, ਤੈਰੇਗਾ। ਠੀਕ ਹੈ ਜੀ, ਤੇ ਮਤਲਬ ਇੱਥੇ ਹੋ ਕੀ ਰਿਹਾ, ਡੈਂਸਿਟੀ ਵਧੀ, ਡੈਂਸਿਟੀ ਵਧਣ ਦੇ ਨਾਲ ਜਿਹੜਾ ਆਂਡਾ ਸੀਗਾ ਜੀ ਉਹ ਤੈਰਨ ਲੱਗ ਜਾਏਗਾ। ਠੀਕ ਹੈ ਜੀ, ਤੇ ਵੇਖ ਲਓ ਇੱਥੇ ਕਿਹੜਾ ਜਵਾਬ ਸਹੀ ਹੋਊਗਾ ਵੀ ਜਦੋਂ ਵੀ, ਕਿਉਂਕਿ ਸਮੁੰਦਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਉੱਥੇ ਵੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ ਪਾਣੀ ਦੇ ਵਿੱਚ, ਕਿਉਂਕਿ ਲੂਣ ਬਹੁਤ ਜ਼ਿਆਦਾ ਹੁੰਦਾ, ਉਹਦੇ ਵਿੱਚ ਵੀ ਕੋਈ ਡੁੱਬ ਨਹੀਂ ਸਕਦਾ। ਸੋ ਆਪਸ਼ਨ ਨੰਬਰ ਇਹ ਵੇਖੋ, ਲੂਣ ਪਾਉਣ ਨਾਲ ਪਾਣੀ ਦੀ ਜਿਹੜੀ ਘਣਤਾ ਹੈ ਉਹ ਵੱਧ ਗਈ ਹੈ ਤੇ ਆਂਡੇ ਤੈਰਨ ਲੱਗੇ। ਸੋ ਬਿਲਕੁਲ ਆਪਸ਼ਨ ਨੰਬਰ A ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਆਪਸ਼ਨ ਨੰਬਰ B ਤਾਂ ਨਹੀਂ ਹੋਣਾ ਕਿਉਂਕਿ ਇੱਥੇ ਘਣਤਾ ਘਟਣ ਦੀ ਗੱਲ ਕੀਤੀ ਜਾ ਰਹੀ ਹੈ। ਜੇ ਪਾਣੀ ਵਿੱਚ ਤੁਸੀਂ ਨਮਕ ਸਿੱਟੋਗੇ ਇਹਦੇ ਨਾਲ ਕੀ ਹੋਊਗਾ ਜੀ, ਉਹਦੀ ਜਿਹੜੀ ਘਣਤਾ ਹੈਗੀ ਆ ਉਹ ਵੱਧ ਜਾਣੀ ਹੈ। ਆਪਸ਼ਨ ਨੰਬਰ A ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਸੁਨੇਹਾ ਆਪਣੀ ਆਂਟੀ ਦੇ ਘਰ ਅਹਿਮਦਾਬਾਦ ਜਾਣਾ ਚਾਹੁੰਦੀ ਹੈ, ਫਿਰ ਆਪਣੀ ਦਾਦਾ ਦਾਦੀ ਦੇ ਘਰ ਕੇਰਲ ਜਾਣਾ ਚਾਹੁੰਦੀ ਹੈ। ਉਸ ਦਾ ਘਰ ਦਿੱਲੀ ਹੈ ਤੇ ਉਸ ਦਾ ਇਰਾਦਾ ਰੇਲ ਗੱਡੀ ਵਿੱਚ ਜਾਣ ਦਾ ਹੈ। ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਪਰਬਤ ਪਹਾੜੀ ਦੀ ਸ਼੍ਰਿੰਖਲਾ, ਇੱਥੇ ਥੋੜੀ ਜਿਹੀ ਮਿਸਟੇਕ ਹੈ ਜੀ, ਇੱਥੇ ਸ਼੍ਰਿੰਖਲਾ ਹੋਣਾ ਸੀਗਾ, ਕਿਹੜੀ ਸ਼੍ਰਿੰਖਲਾ ਹੈ ਜੀ ਉਹਨੂੰ ਪਾਰ ਕਰਨੀ ਪੈਣੀ ਹੈ ਜੀ, ਦੱਸੋ। ਮਤਲਬ ਇਹ ਕਿ ਸੁਨੇਹਾ ਜਿਹੜੀ ਹੈਗੀ ਆ ਅਹਿਮਦਾਬਾਦ ਕਿੱਥੇ ਹੈ ਜੀ, ਗੁਜਰਾਤ ਦੇ ਵਿੱਚ ਹੈ। ਹੁਣ ਇਹ ਸੋਚੋ, ਹੁਣ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਮੈਪ ਹੈ ਜੀ ਉਹ ਆ ਜਾਣਾ ਚਾਹੀਦਾ, ਤੇ ਉਹਨੂੰ ਕਿਹੜੀ ਸ਼੍ਰਿੰਖਲਾ ਨੂੰ, ਪਰਬਤ ਜਿਹੜੀ ਸ਼੍ਰਿੰਖਲਾ ਹੈ ਜੀ ਪਾਰ ਕਰਨਾ ਪੈਣਾ ਜੀ। ਕਿ ਉਹ ਪੱਛਮੀ ਘਾਟ ਹੈ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਵੈਸਟਰਨ ਘਾਟ ਕਹਿੰਦੇ ਹੋ, ਪੂਰਬੀ ਘਾਟ, ਈਸਟਰਨ ਘਾਟ, ਸ਼ਿਵਾਲਿਕ ਦੀ ਪਹਾੜੀਆਂ ਦਾ ਬਾਰੇ ਤੁਹਾਨੂੰ ਪਤਾ ਹੀ ਹੈ ਜੀ, ਜਾਂ ਫਿਰ ਹਿੰਦੂ ਕੁਸ਼ ਦੀਆਂ ਪਹਾੜੀਆਂ। ਦੱਸੋ ਜੀ ਇਹਦੇ ਵਿੱਚ ਕੀ ਤੁਹਾਡਾ ਜਵਾਬ ਸਹੀ ਹੋਏਗਾ। ਮੈਂ ਤੁਹਾਨੂੰ ਇੱਕ ਵਾਰ ਮੈਪ ਤੇ ਲੈ ਚੱਲਦਾ, ਮੈਪ ਤੋਂ ਤੁਸੀਂ ਸਮਝੋਗੇ ਕਿ ਉਹਦੇ ਵਿੱਚ ਜਿਹੜੀ ਪਰਬਤ ਸ਼੍ਰਿੰਖਲਾ ਆਏਗੀ ਜੋ ਕਿਹੜੀ ਸ਼੍ਰਿੰਖਲਾ ਆਏਗੀ ਉਹ ਜਾ ਕਿੱਥੋਂ ਰਹੀ ਹੈ ਜੀ। ਧਿਆਨ ਨਾਲ ਇੱਕ ਵਾਰ ਹੋਰ ਗੱਲ ਵੇਖ ਲਓ, ਅਹਿਮਦਾਬਾਦ ਤੋਂ ਕਿੱਥੇ ਜਾਣਾ ਹੈ ਜੀ, ਉਹਨੇ ਕੇਰਲ ਜਾਣਾ ਹੈ, ਤੇ ਅਹਿਮਦਾਬਾਦ ਤੋਂ ਕੇਰਲ ਜਾਣ ਲੱਗਿਆ ਉਹਨੂੰ ਕਿਹੜੀ ਜਿਹੜੀ ਪਹਾੜੀ ਹੈ ਜਾਂ ਫਿਰ ਕਹਿ ਲਓ ਵੀ ਜਿਹੜੀ ਘਾਟੀ ਹੈ, ਪਰਬਤ ਲੜੀ ਹੈ, ਉਹਨੂੰ ਰਾਹ ਦੇ ਵਿੱਚ ਵੇਖਣ ਨੂੰ ਮਿਲੇਗੀ ਜੀ। ਆਹ ਵੇਖੋ, ਮੈਂ ਤੁਹਾਨੂੰ ਸਿੱਧਾ ਗੂਗਲ ਮੈਪ ਤੇ ਲੈ ਜਾਣਾ, ਆਹ ਵੇਖੋ ਤੁਹਾਡੇ ਸਾਹਮਣੇ ਮੈਂ ਅਹਿਮਦਾਬਾਦ ਕੱਢਿਆ ਹੋਇਆ, ਆਹ ਵੇਖ ਰਹੇ ਹੋ ਨਾ, ਇੱਥੇ ਅਹਿਮਦਾਬਾਦ ਹੈ ਜਿੱਥੇ ਮੈਂ ਕਰਸਰ ਘੁਮਾ ਰਿਹਾ, ਇੱਥੇ ਕੀ ਹੈ ਜੀ, ਅਹਿਮਦਾਬਾਦ ਹੈ। ਜਦੋਂ ਇਹਨੇ ਇੱਥੋਂ ਜਾਣਾ, ਆਹ ਵੇਖੋ, ਜਦੋਂ ਇਹਨੇ ਇੱਥੋਂ ਐਵੇਂ ਜਾਣਾ ਨਾ, ਇਹ ਜਦੋਂ ਅਹਿਮਦਾਬਾਦ ਤੋਂ ਲੈ ਕੇ ਇਹਨੇ ਕੇਰਲ ਜਾਣਾ, ਕੇਰਲ ਵੇਖੋ ਇੱਥੇ ਹੈ, ਇੱਧਰ ਵੇਖੋ, ਇਹ ਕੀ ਹੈ ਜੀ, ਇਹ ਕੇਰਲ ਹੈ। ਠੀਕ ਹੈ ਜੀ, ਜਦੋਂ ਇਹਨੇ ਆਹ ਵਾਲਾ ਜਿਹੜਾ ਰਾਜ ਹੈ ਜੀ ਕੇਰਲ ਹੈ, ਤੇ ਇਹਦੇ ਵਿੱਚ ਕੀ ਆਊਗਾ ਜਦੋਂ ਇਹਨੇ ਰੇਲ ਗੱਡੀ ਤੋਂ ਜਾਣਾ, ਆਹ ਵੇਖੋ ਇਹਦੇ ਵਿੱਚ ਵੈਸਟਰਨ ਘਾਟ ਆ ਰਿਹਾ। ਠੀਕ ਹੈ ਜੀ, ਈਸਟਰਨ ਘਾਟ ਤਾਂ ਇਧਰਲੀ ਸਾਈਡ ਆ ਜਾਊਗਾ। ਠੀਕ ਹੈ ਜੀ, ਈਸਟਰਨ ਘਾਟ ਇਧਰਲੀ ਸਾਈਡ ਆ ਜਾਣਾ। ਜੇਕਰ ਹੋਰ ਆਪਾਂ ਗੱਲ ਕਰੀਏ, ਹਿੰਦੂ ਕੁਸ਼ ਦੀਆਂ ਪਹਾੜੀਆਂ ਵੀ ਇਧਰ ਨਾਰਥ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਜੀ। ਤੇ ਹੋਰ ਕਿਹੜਾ ਰਹਿ ਗਿਆ ਜੀ, ਸ਼ਿਵਾਲਿਕ ਦੀਆਂ ਪਹਾੜੀਆਂ। ਸ਼ਿਵਾਲਿਕ ਦੀਆਂ ਪਹਾੜੀਆਂ ਕਿੱਥੇ ਨੇ ਜੀ, ਇੱਥੇ ਤੁਸੀਂ ਵੇਖ ਸਕਦੇ ਹੋ ਜੀ, ਸ਼ਿਵਾਲਿਕ ਦੀਆਂ ਜਿਹੜੀਆਂ ਪਹਾੜੀਆਂ ਹੈਗੀਆਂ ਨੇ ਜੀ ਇੱਧਰ ਹੈ, ਤੁਹਾਨੂੰ ਨੇਪਾਲ ਦੇ ਨਾਲ ਲੱਗਦੇ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੀਆਂ ਨੇ ਜੀ। ਠੀਕ ਹੈ ਜੀ, ਸੋ ਇਹ ਆਪਣਾ ਜਿਹੜਾ ਇਹਦਾ ਜਵਾਬ ਕੀ ਹੋ ਗਿਆ ਜੀ, ਫਿਰ ਇਸ ਹਿਸਾਬ ਨਾਲ ਜਿਹੜਾ ਇਹਦਾ ਜਵਾਬ ਬਣਿਆ ਜੀ ਉਹ ਕੀ ਬਣੂਗਾ, ਇੱਧਰ ਵੇਖੋ ਜੀ, ਪੱਛਮੀ ਘਾਟ, ਕਿਉਂਕਿ ਪੱਛਮੀ ਘਾਟ ਹੀ ਪੈ ਰਿਹਾ ਨਾ ਰਾਹ ਦੇ ਵਿੱਚ, ਵੈਸਟਰਨ ਘਾਟ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਕਹਿ ਸਕਦੇ ਹੋ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਅਹਿਮਦਾਬਾਦ ਤ੍ਰਿਵੇਂਦਰਮ, ਇਹ ਕੀ ਹੈ ਜੀ, ਅਹਿਮਦਾਬਾਦ ਤੋਂ ਤ੍ਰਿਵੇਂਦਰਮ ਦੀ ਕਿਸ ਦਿਸ਼ਾ ਵੱਲ ਹੈ। ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਜਿਹੜਾ ਅਹਿਮਦਾਬਾਦ ਹੈ ਉਹ ਤ੍ਰਿਵੇਂਦਰਮ, ਇਹ ਵੀ ਕੀ ਹੈ ਜੀ, ਇਹ ਕੀ ਹੈ ਜੀ, ਕੈਪੀਟਲ ਹੈ ਵੈਸੇ ਤਾਂ ਕੇਰਲ ਦੀ। ਤੁਹਾਨੂੰ ਇਹ ਪੁੱਛ ਰਹੇ ਆ, ਵੈਸੇ ਵੇਖੋ ਇਹਨਾਂ ਨੇ ਬੜੇ ਹੀ ਕਲੈਵਰਨੈਸ ਨਾਲ ਤੁਹਾਨੂੰ ਇਹ ਨਹੀਂ ਦੱਸਿਆ ਕਿ ਇਹ ਮਤਲਬ ਕਿ ਸਿੱਧਾ ਕੈਪੀਟਲ ਹੀ ਪੁੱਛ ਲਈ ਕਿ ਇਹਦੀ ਦੱਸੋ ਕਿ ਤੁਹਾਨੂੰ ਇਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਅਹਿਮਦਾਬਾਦ ਵੇਖਣ ਨੂੰ ਮਿਲਦਾ ਹੈ। ਮੈਂ ਤੁਹਾਨੂੰ ਇਹ ਸਿੱਧਾ ਮੈਪ ਤੇ ਲੈ ਜਾਣਾ ਜੀ। ਪਹਿਲਾਂ ਇੱਕ ਵਾਰ ਆਪਸ਼ਨਾਂ ਨੂੰ ਵੀ ਆਪਾਂ ਪੜ੍ਹ ਲੈਂਦੇ ਆ, ਉੱਤਰ ਪੱਛਮ, ਦੱਖਣ ਪੱਛਮ, ਉੱਤਰ ਪੂਰਬ ਤੇ ਦੱਖਣ ਪੂਰਬ। ਤੁਸੀਂ ਸੋਚ ਕੇ ਜਵਾਬ ਦੇਣਾ ਹੈ ਜੀ। ਵੇਖੋ ਇੱਧਰ ਮੈਂ ਤੁਹਾਨੂੰ ਫਿਰ ਉੱਥੇ ਹੀ ਮੈਪ ਤੇ ਲੈ ਜਾਣਾ ਕਿ ਅਹਿਮਦਾਬਾਦ ਤੇ ਤ੍ਰਿਵੇਂਦਰਮ। ਮੈਂ ਤੁਹਾਨੂੰ ਇੱਕ ਵਾਰ ਮੈਪ ਤੇ ਵਿਖਾਉਣਾ, ਆ ਵੇਖੋ ਇਹ ਕੀ ਹੈ ਜੀ, ਅਹਿਮਦਾਬਾਦ ਤੁਹਾਨੂੰ ਕਿੱਥੇ ਮਿਲੇਗਾ ਜੀ, ਜਿਹੜੇ ਹੁਣ ਮੈਂ ਤੁਹਾਨੂੰ ਮੈਪ ਤੇ ਵਿਖਾਇਆ ਵੀ ਸੀਗਾ ਜੀ, ਇਹ ਗੁਜਰਾਤ ਦੇ ਵਿੱਚ ਹੈ। ਤੇ ਇੱਧਰ ਵੇਖੋ ਜਿਹੜਾ ਤ੍ਰਿਵੇਂਦਰਮ ਹੈ ਉਹ ਕਿੱਥੇ ਮਿਲੇਗਾ ਜੀ ਤੁਹਾਨੂੰ, ਆ ਵੇਖੋ ਤ੍ਰਿਵੰਤਪੁਰਮ, ਤ੍ਰਿਵੇਂਦਰਮ, ਤੁਸੀਂ ਜੋ ਕੁਝ ਮਰਜ਼ੀ ਕਹਿ ਸਕਦੇ ਹੋ, ਇਹ ਕੇਰਲ ਦੀ ਕੈਪੀਟਲ ਹੈ। ਠੀਕ ਹੈ ਜੀ, ਇਹ ਕੀ ਹੈ ਜੀ, ਕੇਰਲ ਦੀ ਕੈਪੀਟਲ ਹੈ। ਤੇ ਇੱਥੋਂ ਤੁਸੀਂ ਦੱਸੋ ਕਿ ਜੇਕਰ ਆਪਾਂ ਗੱਲ ਕਰੀਏ ਅਹਿਮਦਾਬਾਦ ਦੀ, ਅਹਿਮਦਾਬਾਦ ਕਿੱਥੇ ਹੈ ਜੀ, ਅਹਿਮਦਾਬਾਦ ਇੱਥੇ ਹੈ ਤੇ ਕੇਰਲ ਇੱਥੇ ਹੈ। ਤੇ ਹੁਣ ਤੁਸੀਂ ਆਪ ਹੀ ਦੱਸੋ ਕਿ ਇਹਦੀ ਜਿਹੜੀ ਡਾਇਰੈਕਸ਼ਨ ਹੈ, ਇਹਦੀ ਕਿਹਦੀ ਜੀ, ਅਹਿਮਦਾਬਾਦ ਦੀ, ਉਹ ਕਿਹੜੀ ਡਾਇਰੈਕਸ਼ਨ ਹੈ, ਸੋਚ ਸਮਝ ਕੇ ਦੱਸੋ। ਤੁਸੀਂ ਕਰਨਾ ਕੀ ਹੈ ਜੀ, ਕੇਰਲ ਵੇਖੋ, ਕੇਰਲ ਦੇ ਈਸਟ ਵਿੱਚ ਕੀ ਹੈ ਜੀ, ਮਤਲਬ ਕਿ ਇੱਧਰ ਈਸਟ ਹੈ, ਕੇਰਲ ਦੇ ਇੱਧਰ ਈਸਟ ਹੈ ਫਰੰਟ ਤੇ ਬੈਕ ਤੇ ਕੀ ਹੈ ਜੀ, ਵੈਸਟ ਹੈ। ਜੇ ਆਪਾਂ ਇੱਧਰ ਵੇਖੀਏ, ਇੱਧਰ ਕੀ ਹੈ ਜੀ, ਨਾਰਥ ਹੈ, ਇੱਧਰ ਕੀ ਹੈ, ਸਾਊਥ ਹੈ। ਤੇ ਜਿਹੜਾ ਆਪਾਂ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਅਹਿਮਦਾਬਾਦ, ਤੇ ਇਹ ਕਿੱਥੇ ਪੈ ਰਿਹਾ ਜੀ, ਜੇਕਰ ਆਪਾਂ ਵੇਖੀਏ ਇਹ ਨਾਰਥ ਤੇ ਵੈਸਟ ਦੇ ਵਿੱਚ ਪੈ ਰਿਹਾ, ਮਤਲਬ ਕਿ ਇਹਦੀ ਜਿਹੜੀ ਲੋਕੇਸ਼ਨ ਹੋਗੀ ਉਹ ਕੀ ਹੋਗੀ ਜੀ, ਨਾਰਥ ਵੈਸਟ ਹੋਗੀ। ਤੇ ਨਾਰਥ ਵੈਸਟ ਨੂੰ ਤੁਸੀਂ ਪੰਜਾਬੀ ਵਿੱਚ ਕੀ ਕਹੋਗੇ ਜੀ, ਨਾਰਥ ਵੈਸਟ ਨੂੰ ਤੁਸੀਂ ਕਹਿ ਸਕਦੇ ਹੋ ਜੀ ਦੱਖਣ ਪੱਛਮ ਜਾਂ ਉੱਤਰ ਪੱਛਮ। ਸੋ ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਕੀ ਹੋਊਗਾ, ਉੱਤਰ ਪੱਛਮ ਇਹਦਾ ਸਹੀ ਜਵਾਬ ਹੋ ਜਾਣਾ। ਠੀਕ ਹੈ ਜੀ, ਆਹ ਵੇਖੋ ਧਿਆਨ ਨਾਲ ਇੱਕ ਵਾਰ ਹੋਰ ਕਿ ਆਹ ਵੇਖੋ ਇਹ ਕੀ ਜੀ, ਕੇਰਲ ਸੀਗਾ, ਕੇਰਲ ਤੋਂ ਤੁਹਾਨੂੰ ਇੱਥੇ ਅਹਿਮਦਾਬਾਦ ਹੈ। ਠੀਕ ਹੈ ਜੀ, ਇੱਧਰ ਕੀ ਹੈ, ਇੱਧਰ ਨਾਰਥ ਹੈ ਨਾ,
इधर नॉर्थ है ते इधर वैस्ट है, फिर उस हिसाब नाल उत्तर ते पश्चिम इहदा सही जवाब होगा जी। सो ऑप्शन नंबर की लाओगे तुसी, ऑप्शन नंबर ए इज द राइट आंसर। अगले प्रश्न ते चलदे हैं जी। अगला जिहड़ा प्रश्न है इत्थे तुसी एक बार कर लियो टिक, उम्मीद करदा तुहानू कोई डाउट नहीं हो रहा होना, उत्तर पश्चिम इत्थे सही जवाब हो जाना, ठीक है ना जी। चलदे हैं अगले प्रश्न ते। अगला प्रश्न है जी, हेठ लिखिया कथनां विचों किहड़ा धरती दे वायुमंडल लई सही नहीं है। मतलब यह कि वायुमंडल दियां इत्थे इहो जिहियां तीन गल्लां लिखियां होणगीਆਂ जिहड़ियां कि तीन सही होणगीਆਂ ते एक गलत है। हवा दी जिहड़ी परत है, हवा की जिहड़ी परत है ब्लैंकेट जिन्हों कह दिंदे हो भी दिन के समय अचानक वधन वाले तापमान नूं रोकदी है, की यह गल सही है या फिर ऑप्शन नंबर बी बाहरी अंतरिक्ष विच ऊष्मा दे जाण दी जिहड़ी क्रिया है उन्होंने हवा की करदी है जी, हौली करदी है। मतलब कि एयर हेल्प इन स्लोइंग डाउन द एस्केप ऑफ हीट इनटू आउटर स्पेस, की यह गल ठीक है जी। तो ऑप्शन नंबर सी कि हवा ऊष्मा का एक वधिया सुचालक है जो कि औसत तापमान नूं बनाए रखण विच मदद करता है। कि एयर की है जी गुड कंडक्टर है, इत्थे गल की जा रही है ऑप्शन नंबर सी दे विच कि एयर की है जी ये गुड कंडक्टर है हीट का, जिहड़ा कि उत्थे जद जिहड़ा एवरेज टैंपरेचर है ना उन्होंने मेनटेन करने दे विच मदद करता है। या फिर ऑप्शन नंबर डी हवा का मुख्य तत्त कार्बन डाइऑक्साइड है जिसनों पौधे वरतते हैं, कि द मेजर कंपोनेंट ऑफ एयर की है जी वो कार्बन डाइऑक्साइड है जिन्हों कि प्लांट यूज करते हैं। यह गल तो मैंने ठीक ही लग रही है, ठीक है ना जी। ऑप्शन नंबर जे आप डी वेखीए तो जेकर इत्थे सही नहीं है, मतलब कि यह गल सही है, सो ये तो इत्थे जवाब होना नहीं। ऑप्शन नंबर ए वेखो, हवा की जिहड़ी परत हैगी है, हवा की है जी, हवा की परत जिन्हों तुसीं ब्लैंकेट ऑफ एयर कहने हो एटमोसफेयर दे विच तुसीं वेखी तां नहीं होनी बट तुहानूं पता ही होगा कि वो जिहड़ी परत हुंदी है दिन के समय अचानक वधन वाली तापमान नूं रोकदी है। सो ये गल ठीक है जी। ऑप्शन नंबर जे तुसीं बी वेखो कि बाहरी अंतरिक्ष विच ऊष्मा दे जाण दी क्रिया नूं हवा हौली करदी है, तो इनू ही आपां ग्रीन हाउस गैसेस कहते हैं ना। ग्रीन हाउस गैसेस वो हुंदियां ने जी जिहड़ियां की करदियां ने जी वो हैल्प करदियां ने जिहड़ी हीट हैगी आ वो बाहर ना जाए आउटर स्पेस तो, यह भी गल ठीक है जी। बट जे तुसीं ऑप्शन नंबर सी वेखो इहदे विच की लिखिया होया कि हवा ऊष्मा का एक वधिया सुचालक है। सुचालक तो भाव यह है कि एयर की है जो गुड कंडक्टर ऑफ हीट है, तो यदा ऑपोजिट हुंदा हवा की है जी बैड कंडक्टर ऑफ हीट है। सो इहदे नाल ये की हो गया जी, ये ऑप्शन होगी जी गलत। उम्मीद करदा जी इनू भी तुसीं समझ गए होवोगे। सो ऑप्शन नंबर सी की है जी ये सही नहीं है, ये गलत गल लिखी हुई है कि एयर की है जी इन्होंने गुड कंडक्टर लिखा होया तो एयर है कि जी एयर बैड कंडक्टर है हीट का। सो ऑप्शन नंबर सी तुहाडा सही जवाब है। चलते हैं अगले प्रश्न ते। हेठां दे दिते जिहड़े कॉलम हैगे आ जी, कॉलम ए दे विच तां दिता होया भोजन, इहदे विच मैं ऑप्शनां नूं रिमूव कर दिता जी, मेनली तुहानूं समझाउणा ही सीगा ते मैं अपने आप ही तुहानूं सीधा दस दूंगा इहदा जवाब की है। ए दे विच तां दिता होया भोजन ते बी दे विच लिखिया होया इहदा मुख भाग भी ये भोजन दे विच तुहानूं मिलदा की है, तुसीं ये दसना है कि ठीक है जी। कार्बोहाइड्रेट्स दे विच की हुंदा है, प्रोटीन दे विच की हुंदा है, फैट्स दे विच की हुंदा है, मतलब कि फैट्स आपां नूं की खा के मिलदा है ते मिनरल्स आपां नूं की कुछ खा के मिलदा है। जेकर आपां कार्बोहाइड्रेट की गल करिए तुसीं वावा बार सुनिया भी होगा कि तुसीं जिहड़ी रोटी हुंदी है रोटी नूं खाने हो ना, जिवें कणक हो गई वीट हो गई, इस तो आपां कार्बोहाइड्रेट मिलदा ते ऑप्शन नंबर की हो गया जी कार्बोहाइड्रेट आपां नूं ब्रैड तो मिलदा है। जेकर आपां प्रोटीन की गल करिए प्रोटीन आपां नूं की चीज़ खा के मिलदी है जी, प्रोटीन आपां नूं जे आपां गल करिए दालां वगैरह जिहड़ियां हुंदियां ने जी पल्सिस आपां जदों खाने आ उहदे विच आपां नूं मिलदे है जी प्रोटीन। जेकर आपां फैट की गल करिए जिवें कि जिहड़े ऑयली फूड हुंदा ना तेल वालियां चीज़ां हुंदियां ने जी, घ्यो हो गया या फिर ईवन मीट वगैरह भी हो गया, इहदे विच तुहानूं फैट की जिहड़ी मात्रा है जी वो भी काफ़ी वेखण नूं मिलदी है। ते किहड़ा इत्थे ऑप्शन है जी तुहाडे लई बचिया, फैट तुहानूं बटर दे विच मिलदा है, ठीक है जी। फैट बटर दे विच मिलदा है। फैट बटर की हुंदा है जी मक्खण हुंदा है, ब्रैड रोटी की गल की जा रही है, फ्रूट सैलड तुहानूं पता ही है जी, ठीक है ना जी, फल का सलाद कह सकते हो तो दाल तो तुहानूं पता ही है, मिनरल नूं तुसीं वैसे कहने हो जी खनिज ते फैट की है जी चरबी, प्रोटीन नूं तुसीं प्रोटीन ही कहने हो तो कार्बोहाइड्रेट नूं कार्बोहाइड्रेट ही कहने हो अंग्रेजी च पंजाबी च। ते हुण रह की गया जी मिनरल रह गया, मिनरल आपां नूं सलाद वगैरह खा के मिल जाता, ठीक है जी। सो ऑप्शन नंबर इत्थे तो चलो कोई है नहीं, बस तुसीं ये समझ लियो। हुण चलदे हां जी अगले प्रश्न ते। अगला प्रश्न है जी हेठ लिखियां विचों एडवर्ड जैनर, इत्थे जैनर आउणा सीगा जी, एडवर्ड जैनर ने किहड़ा जिहड़ा टीका है जी वो बनाया सीगा जिस नाल रोग प्रतिरोधक जिहड़ी शक्ति है जी वधे तां जो बीमारी ना होवे, ठीक है जी। मतलब ये कि तुसीं एडवर्ड जिहड़ा जैनर नाम दा पर्सन सीगा उहने किहड़ा टीका बनाया सीगा, किहड़ी वैक्सीन बनाई सीगी जिहड़े कि रोग प्रतिरोधक वधे तां जो बीमारी वो ना होवे, किहड़ी बीमारी सीगी जी, वो छोटी चेचक सी, पोलियो सी, खसरा सी या फिर रैबिट सीगा जी। इत्थे दसो की जवाब होएगा जी, इत्थे जिहड़ा तुहाडा सही जवाब है जी वो है खसरा, ठीक है जी। खसरा इनू तुसी अंग्रेजी विच स्मॉल पैक्स कहने हो, ठीक है जी। की कहने हो जी इनू तुसी अंग्रेजी विच स्मॉल पॉक्स भी कहते हो खसरा नू, ठीक है जी। छोटी चेचक की है जी, छोटी चेचक हैगी जी चिकन पॉक्स, पोलियो नू तो फिर आपां पोलियो ही कहने आ ते ये रैबीज नू तुसी अंग्रेजी विच ते पंजाबी विच रैबीज ही कहने हो। अगला प्रश्न वेखो जी, इत्थे टिक कर लियो ऑप्शन नंबर सी ते
कि एडवर्ड जेनर नाम के परसन ने जिहड़ी वैक्सीन बनाई सीगी वो स्मॉल पॉक्स लई बनाई सीगी। अगे वेखो जी, अगला जिहड़ा प्रश्न है, हेठ लिखिया विचों किहड़ा कथन कीड़ियां राही कीती खाद की व्याख्या करता है। सो कीड़ियां राही खाद बनाउणी, जिथे तक मैनू याद है ये वर्मिंग कंपोस्टिंग की गल कर रहे हैं। ठीक है जी, अंग्रेजी वालियां लई भी मैं दस दिना ये वर्मिंग कंपोस्टिंग हुंदी है जी। ठीक है जी, वर्मिंग कंपोस्टिंग की गल की जा रही है। वर्मिंग कंपोस्टिंग लई किहड़ी गल इत्थे ठीक लिखी हुई है, वो क्रिया जिस विच खेतां नूं एक खास मौसम तक बिना खेती कीते छड्ड दित्ता जावे। ठीक है जी, मतलब यह कि एक इहो जी प्रोसैस जिहदे विच जिहड़े खेत हुंदे ने लिविंग द फील्ड अनकल्टीवेटेड भी उन्होंने आपां की नहीं करना जी, उहदे विच खेती नहीं करनी किसी एक सीजन दे विच, कि यह है या फिर वो क्रिया जिस राही खेतां नूं जरूरत तो वध पानी दिता जाए, कि वह प्रोसैस जिहदे विच एक्सैसिव जिहड़ा वाटर है जी वो सप्लाई किया जाए फील्ड दे विच, या फिर ऑप्शन नंबर सी वो क्रिया जिस विच गंडोइयां राही खाद तैयार की जाए, जिहदे विच की हुंदा है प्रोसैस प्रिपेयरिंग मैन्यूर्स, खाद नूं आपां अंग्रेजी च मैन्यूर कहने आ जी, मैन्यूर तैयार किए जाण अर्थवॉर्म की मदद नाल। गंडोए नूं अंग्रेजी च अर्थवॉर्म कहने आपां, अर्थवॉर्म की मदद नाल जदों खाद तैयार की जाती है। या फिर ऑप्शन नंबर डी वो प्रक्रिया जिस विच खेतां विच वाधू घाह पत्तियां नूं जड़ों पुट दिता जाए। ठीक है जी, मतलब कि वीडिंग तुसीं जरूर वर्ड सुनिया होगा जदों तुसीं साइंस पढ़ी होनी है, ये 6वीं 7वीं की साइंस दे विच वीडिंग जिहड़ी टर्म है जी साइंस दे विच पढ़ाई जाती है। तो उहदे अकॉर्डिंग मतलब कि जदों भी आपां इन्हां फालतू जिहड़े आपदी क्रॉप्स दे विच घाह वगैरह उग जाते हैं जी, जदों उन्होंने आपां उहनूं पट दिंदे हां उहनूं वीडिंग कहने आ। तो इहदे विच तुसीं दस्सो भी की जवाब होगा, जदों भी आपां कीड़ियां राही खाद बनाउने आ ਉਹਨੂੰ ਤੁਸੀਂ वर्मिंग कंपोस्टिंग कहने हो। तो मतलब ठीक है जी, मतलब ਇਹਦੇ ਵਿੱਚ ਤੁਸੀਂ ਅਰਥਵਰਮ ਦੀ ਮਦਦ ਕਰਦੇ ਹੋ। ਠੀਕ है जी, ਅਰਥਵਰਮ ਦੀ ਮਦਦ ਲੈਣੇ ਹੋ ਤੇ ਇਹਦੇ ਵਿੱਚ ਜੋ ਵੀ ਕਹਿ ਲੋ ਕਿ ਸੜੇ ਗਲੇ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਜਿਵੇਂ ਕਿ ਫਲ ਫਰੂਟ ਹੋ ਗਏ, ਘਰ ਦਾ ਜਿਹੜਾ ਬਾਇਓਡੀਗ੍ਰੇਡੇਬਲ ਜਿਹੜਾ ਵੇਸਟ ਹੁੰਦਾ, ਜਿਹੜਾ ਕਿ ਵੇਸਟ मतलब कि खाद ਦੇ ਵਿੱਚ ਬਣ ਜਾਂਦੇ ਆ ਜੀ, ਉਹਨੂੰ ਤੁਸੀਂ ਇਕੱਠਾ ਕਰਨ ਤੋਂ ਬਾਅਦ ਉਹਦੇ ਵਿੱਚ ਇਹ ਜਿਹੜੇ ਕੀੜੇ ਆ ਜੀ ਛੱਡ ਦਿੰਦੇ ਹੋ। ਕੁਝ ਟਾਈਮ ਬਾਅਦ ਇਹ ਕੀੜੇ ਉਹਨਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਉਹਦੀ ਕੰਪੋਸਟਿੰਗ ਕਰ ਦਿੰਦੇ ਆ, मतलब कि ਉਹਨੂੰ ਉਹਦੇ ਖਾਦ ਦੇ ਵਿੱਚ ਤਬਦੀਲ ਕਰ ਦਿੰਦੇ ਆ। ਆਪਸ਼ਨ ਨੰਬਰ ਸੀ ਇੱਥੇ ਸਹੀ ਜਵਾਬ ਹੈ ਜੀ। ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਵਿੱਚ ਪੁੱਛ ਰਹੇ ਆ कि हेठ लिखिया गैर जीवित चीज़ों विचों वो किहड़ी चीज़ है जो कि कदे भी किसी जीवित चीज़ का हिस्सा नहीं सी। भाव यह कि इहदे विच तुसीं नॉन लिविंग थिंग दसनी है भी किहड़ी इहो जी नॉन लिविंग थिंग हैगी है जी जिहड़ी कि कदे लिविंग थिंग का पार्ट नहीं सी। तुसीं वेखो चमड़ा किहनां तो बनता है, मतलब कि लिविंग थिंग तो बनता है, तो यह तो जवाब होना नहीं। नमक जिहड़ा लूण है ये किवें बनता है तुहानूं पता है, उन वेख लो, ये भी मतलब कि लिविंग थिंग हुंदियां ने, जिवें कि भेडां हुंदियां ने जी उन्हां तो उन बनदी है, वूल कहने हो अंग्रेजी च। बटर मक्खण है जी ये भी किहदे तो बनता है जी, ये भी तुसीं कह लो कि लिविंग थिंग तो ही बनता है ना, जिवें कि गां हो गई, मझ हो गई, इन्हां तो ही तुसीं इन्हां दे दुध तो ही बनाउंदे हो ना मक्खण बटर जिहड़ा भी है। चमड़ा की है जी, इहनूं तुसीं अंग्रेजी च लैदर कहने हो, तो इत्थे जवाब की है जी चमड़ा नहीं हो सकता, उन नहीं हो सकता, मक्खण नहीं हो सकता। तो मतलब कि नॉन लिविंग थिंग जिहड़ी चीज़ हैगी आ उहदे तो कह लो कि नमक बन जाता। सो ऑप्शन नंबर बी की है जी, ये तुहाडा सही जवाब है, क्योंकि समुद्रां दे विच जिहड़ा पानी हुंदा ਜਦੋਂ ਉਹ ਸੁੱਕ ਜਾਂਦਾ ਤੇ ਉਹਦੇ ਨਾਲ ਹੀ ਕਹਿ ਲਓ ਫਿਰ ਬਾਅਦ ਵਿੱਚ ਫੈਕਟਰੀਆਂ ਦੇ ਵਿੱਚ ਲਿਜਾ ਕੇ ਲੂਣ ਵਗੈਰਾ ਬਣਾਇਆ ਜਾਂਦਾ ਹੈ। ਸੋ ਆਪਸ਼ਨ ਨੰਬਰ ਬੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹ ਵੇਖੋ, ਕਿਹੜੀ ਥਾਂ ਮਧੂਬਨੀ ਚਿੱਤਰਕਾਰੀ ਲਈ ਪ੍ਰਸਿੱਧ ਹੈ। ਸਟੈਟਿਕ ਬੇਸਡ ਪ੍ਰਸ਼ਨ ਹੈ ਜੀ। ਇਹੋ ਜੀ ਕਿਹੜੀ ਜਗ੍ਹਾ ਹੈਗੀ ਹੈ ਜਿਹੜੀ ਕਿ ਫੇਮਸ ਹੈ ਮਧੂਬਨੀ ਪੇਂਟਿੰਗਸ ਲਈ, चित्रकारी पेंटिंग्स मधुबनी पेंटिंग्स ਲਈ फेमस है जी। कि वो असम है, कि वो बिहार है, कि वो उड़ीसा है या फिर हिमाचल प्रदेश है। वो जगह का नाम है जी बिहार। ठीक है जी, बिहार ਦੇ ਵਿੱਚ कह लो ਤੁਹਾਨੂੰ मधुबनी ਜਿਹੜੀ चित्रकारी है ਉਹਦੇ ਲਈ ਇਹ ਪ੍ਰਸਿੱਧ ਹੈ। ऑप्शन नंबर बी इज द राइट आंसर। अगला प्रश्न ਵੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਗਿੱਲੜ ਰੋਗ, ਗਿੱਲੜ ਰੋਗ ਨੂੰ ਤੁਸੀਂ ਅੰਗਰੇਜ਼ੀ ਵਿੱਚ ਗੋਇਟਰ ਕਹਿੰਦੇ ਹੋ। ਕੀ ਕਹਿੰਦੇ ਹੋ ਜੀ? GOITRE। गोइटर जिहड़ा रोग है जी, गोइटर डिजीज है, ये किहड़ी कमी कारण हो जाता? लैक ऑफ विच विटामिन कह लो या फिर न्यूट्रिएंट्स कह लो भी ये हो जाता है। ठीक है जी, कि ये विटामिन बी है, विटामिन डी है, आयोडीन है या फिर आयरन है। विटामिन बी की कमी नाल बेरी बेरी हो जाता जी। विटामिन ए की कमी नाल की हो जाता है जी? नाइट ब्लाइंडनेस हो जाती है, बंदे नूं विखना घट हो जाता जी, मतलब कि अखां दी रोशनी चली जाती है जे विटामिन ए ना तुसीं खाओगे। विटामिन ए तुहानूं मेनली हरियां सब्जियां दे विच वेखण नूं मिलदा है जी। जेकर आपां विटामिन डी की गल करिए, विटामिन डी की कमी कारण तुहानूं मैनूं लगदा कि रिकेट्स हो जाते हैं जी, जिवें कि हड्डियां वगैरह कमजोर हो जांदियां ने जी विटामिन डी की कमी कारण। जेकर आपां आयोडीन की गल करिए, ये तुहानूं नमक की मात्रा दे विच मिलदी है जी आयोडीन। जेकर तुसीं आयोडीन नहीं खांदे तो जिहड़ा गोइटर रोग है, गिल्लड़ रोग है जी,
ਇਹ ਤੁਹਾਨੂੰ ਗੋਇਟਰ ਹੋ ਜਾਂਦੀ ਹੈ ਜੇਕਰ ਤੁਸੀਂ ਆਇਓਡੀਨ ਦੀ ਮਾਤਰਾ ਨਹੀਂ ਲੈਂਦੇ। ਸੋ ਇੱਥੇ ਜਿਹੜਾ ਸਹੀ ਜਵਾਬ ਹੈ ਜੀ ਕੀ ਹੋਏਗਾ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਕਿ ਆਇਓਡੀਨ ਦੀ ਕਮੀ ਕਾਰਨ ਤੁਹਾਨੂੰ ਜਿਹੜਾ ਗਿਲਟ ਰੋਗ ਹੈ ਜੀ ਉਹ ਹੋ ਜਾਂਦਾ ਹੈ। ਸੋ ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਉਹਨਾਂ ਪੌਦਿਆਂ ਨੂੰ ਕੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜਿਹੜਾ ਤਣਾ ਹੈ ਉਹ ਕਮਜ਼ੋਰ ਹੋਣ ਕਾਰਨ ਸਿੱਧੇ ਖੜੇ ਨਹੀਂ ਹੁੰਦੇ ਤੇ ਜ਼ਮੀਨ ਤੇ ਫੈਲ ਜਾਂਦੇ ਹਨ? ਕਿ ਉਹ ਬੇਲਾਂ ਨੇ? ਬੇਲਾਂ ਨੂੰ ਮਤਲਬ ਕਿ ਇੱਕ ਵਾਰ ਮੈਂ ਅੰਗਰੇਜ਼ੀ ਵਿੱਚ ਵੀ ਤੁਹਾਨੂੰ ਪ੍ਰਸ਼ਨ ਦੱਸਣ ਦੀ ਕੋਸ਼ਿਸ਼ ਕਰਦਾ। ਇਹਦੇ ਵਿੱਚ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਪਲਾਂਟਸ ਹੈਗੇ ਆ ਉਹ ਉਹਨਾਂ ਦੀਆਂ ਜਿਹੜੀਆਂ ਸਟੈਮਸ ਹੁੰਦੀਆਂ, ਠੀਕ ਹੈ ਜੀ, ਜਿਹੜਾ ਉਹਨਾਂ ਦਾ ਤਣਾ ਹੁੰਦਾ ਹੈ ਉਹ ਵੀਕ ਹੋਣ ਕਰਕੇ ਉਹ ਖੜੇ ਨਹੀਂ ਹੋ ਸਕਦੇ, ਤੇ ਖੜੇ ਨਹੀਂ ਹੋ ਸਕਦੇ ਤੇ ਕੀ ਕਰਦੇ ਆ ਜੀ, ਉਹ ਸਪਰੈਡ ਹੋ ਜਾਂਦੇ ਆ ਗਰਾਊਂਡ ਤੇ ਫੈਲ ਜਾਂਦੇ ਆ। ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ? ਬੇਲਾਂ ਕਹਿੰਦੇ ਹੋ। ਬੇਲਾਂ ਨੂੰ ਤੁਸੀਂ ਕਹਿ ਸਕਦੇ ਹੋ ਜੀ ਕਿ ਉਹ ਕਲਾਈਂਬਰਸ ਨੇ। ਜੜੀ ਬੂਟੀਆਂ ਨੂੰ ਤੁਸੀਂ ਕਹਿ ਦਿੰਦੇ ਹੋ ਜੀ ਹਰਬਸ। ਝਾੜੀਆਂ ਨੂੰ ਤੁਸੀਂ ਸ਼ਰਬਸ ਕਹਿ ਦਿੰਦੇ ਹੋ। ਉੱਪਰ ਚੜਨ ਵਾਲੇ ਨੂੰ ਤੁਸੀਂ ਕਹਿ ਦਿੰਦੇ ਹੋ ਜੀ ਕਲਾਈਂਬਰਸ ਕਹਿੰਦੇ ਹੋ ਇਹਨੂੰ, ਸੌਰੀ। ਤੇ ਬੇਲਾਂ ਨੂੰ ਤੁਸੀਂ ਕਹਿੰਦੇ ਹੋ ਜੀ ਕ੍ਰੀਪਰਸ। ਕੀ ਕਹਿੰਦੇ ਹੋ ਜੀ? ਬੇਲਾਂ ਨੂੰ ਤੁਸੀਂ ਕਹਿੰਦੇ ਹੋ ਕ੍ਰੀਪਰਸ। ਉੱਪਰ ਚੜਨ ਵਾਲੇ ਨੂੰ ਤੁਸੀਂ ਕਹਿੰਦੇ ਹੋ ਜੀ ਕਲਾਈਂਬਰਸ, ਠੀਕ ਹੈ ਜੀ, ਇਹਨੂੰ ਤੁਸੀਂ ਕਲਾਈਂਬਰ ਕਹਿੰਦੇ ਹੋ। ਤੇ ਝਾੜੀਆਂ ਦਾ ਬਾਰੇ ਮੈਂ ਦੱਸ ਹੀ ਦਿੱਤਾ ਜੀ, ਜੜੀ ਬੂਟੀਆਂ। ਇੱਥੇ ਜਵਾਬ ਕੀ ਹੋਣਾ ਜੀ, ਤੁਸੀਂ ਇਹ ਦੱਸੋ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ, ਜਿਹੜੇ ਕਿ ਫੈਲ ਜਾਂਦੇ ਆ ਤੁਸੀਂ ਉਹਨਾਂ ਨੂੰ ਕ੍ਰੀਪਰ ਕਹਿੰਦੇ ਹੋ, ਬੇਲਾਂ, ਠੀਕ ਹੈ ਜੀ। ਆਪਸ਼ਨ ਨੰਬਰ ਏ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਜਿਹੜੇ ਪੌਦਿਆਂ ਨੂੰ ਕੀ ਕਿਹਾ ਜਾਂਦਾ ਹੈ, ਜਿਹੜਾ ਉਹਨਾਂ ਦਾ ਜਿਹੜਾ ਤਣਾ ਹੈ ਜੀ ਉਹ ਕਮਜ਼ੋਰ ਹੋਣ ਕਾਰਨ ਉਹ ਸਿੱਧੇ ਖੜੇ ਨਹੀਂ ਹੁੰਦੇ ਤੇ ਜ਼ਮੀਨ ਤੇ ਫੈਲ ਜਾਂਦੇ ਹਨ, ਉਹਨਾਂ ਨੂੰ ਤੁਸੀਂ ਕ੍ਰੀਪਰ ਕਹਿੰਦੇ ਹੋ, ਠੀਕ ਹੈ ਜੀ। ਤੇ ਆਪਸ਼ਨ ਨੰਬਰ ਏ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਉਹ ਕਿਹੜਾ ਰੁੱਖ ਹੈ ਜੋ ਆਪਣੀਆਂ ਜੜਾਂ ਆਪਣੀਆਂ ਟਾਹਣੀਆਂ ਤੇ ਹੀ ਉਗਾ ਲੈਂਦਾ ਹੈ? ਤੁਸੀਂ ਉਸ ਟਰੀ ਦਾ ਨਾਮ ਦੱਸਣਾ ਹੈ ਜਿਹਦੇ ਜਿਹੜੇ ਰੂਟਸ ਨੇ ਜੀ ਉਹ ਉਹਦੀਆਂ ਬ੍ਰਾਂਚਸ ਦੇ ਵਿੱਚ ਹੀ ਕਹਿ ਲਓ ਵੀ ਹੈ ਨਾ ਵੀ ਗਰੋ ਕਰਨ ਲੱਗ ਜਾਂਦੀਆਂ ਨੇ। ਕਿ ਉਹ ਅਮਲਤਾਸ ਹੈ, ਕਿ ਉਹ ਅਸ਼ੋਕ ਹੈ, ਕਿ ਉਹ ਬੋੜ ਹੈ। ਬੋੜ ਬਨੀਅਨ ਟਰੀ ਨੂੰ ਕਹਿੰਦੇ ਆ ਜੀ, ਜਾਂ ਫਿਰ ਉਹ ਪਿੱਪਲ ਹੈ, ਠੀਕ ਹੈ ਜੀ। ਅਮਲਤਾਸ, ਅਸ਼ੋਕ, ਬੋੜ ਜਾਂ ਫਿਰ ਪਿੱਪਲ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ? ਉਹ ਹੋਏਗਾ ਜੀ ਬੋੜ ਦਾ ਜਿਹੜਾ ਦਰਖਤ ਹੈ ਜੀ। ਇਹਦੇ ਵਿੱਚ ਤੁਸੀਂ ਕਹਿ ਸਕਦੇ ਆ ਜੀ ਜਿਹੜੀਆਂ ਆਪਣੀਆਂ ਜੜਾਂ ਹੁੰਦੀਆਂ ਨੇ ਜੀ ਟਾਹਣੀਆਂ ਦੇ ਵਿੱਚ ਹੀ ਉਗਾ ਲੈਂਦੇ ਆ, ਠੀਕ ਹੈ ਜੀ। ਆਪਣੀਆਂ ਜੜਾਂ ਆਪਣੀਆਂ ਟਾਹਣੀਆਂ ਤੇ ਹੀ ਉਗਾ ਲੈਂਦਾ ਹੈ। ਸੋ ਉਹ ਜਿਹੜਾ ਦਰਖਤ ਹੈ ਜੀ ਉਹ ਹੈ ਆਪਸ਼ਨ ਨੰਬਰ ਸੀ, ਬੋੜ, ਠੀਕ ਹੈ ਜੀ। ਬਨੀਅਨ ਟਰੀ ਵੀ ਕਹਿੰਦੇ ਹੋ ਤੁਸੀਂ ਅੰਗਰੇਜ਼ੀ ਵਿੱਚ, BUNBANYAN, ਸੌਰੀ BUN ਨਹੀਂ ਹੋਣਾ, BANYAN ਹੋਣਾ ਜੀ, ਬਨੀਅਨ ਟਰੀ, ਬੋੜ ਦਾ ਜਿਹੜਾ ਦਰਖਤ ਹੈ ਜੀ। ਇਹਦੇ ਵਿੱਚ ਇਹਦਾ ਸਹੀ ਜਵਾਬ ਹੋਏਗਾ ਆਪਸ਼ਨ ਨੰਬਰ ਸੀ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਸਿੱਧਾ ਮੈਚ ਦੀ ਕਾਲਮ ਹੈ ਜੀ, ਤੁਸੀਂ ਇਹ ਪੜ੍ਹ ਕੇ ਦੱਸਣਾ ਹੈ ਜੀ ਕੀ ਜਵਾਬ ਹੋਏਗਾ। ਹੇਠ ਦਿੱਤੇ ਕਾਲਮ ਵਿੱਚ ਜਿਹੜੇ ਦਿੱਤੇ ਗਏ ਕੀ ਹੈ ਜੀ, ਇੱਧਰ ਦਿੱਤੇ ਹੋਏ ਆ ਵਿਸ਼ੇਸ਼ਤਾ ਦੱਸੀ ਹੋਈ ਹੈ ਤੇ ਇੱਧਰ ਜਾਨਵਰ ਦਾ ਨਾਮ ਦੱਸਿਆ ਹੋਇਆ। ਕਿ ਤੁਸੀਂ ਕਾਲਮ ਏ ਨੂੰ ਪੜੋ ਕਿ ਵੱਢਣ ਲਈ ਅਗਲੇ ਛੋਟੇ ਦੰਦ, ਠੀਕ ਹੈ ਜੀ। ਵੱਢਣ ਲਈ ਜਿਹੜੇ ਅਗਲੇ ਛੋਟੇ ਦੰਦ ਹੁੰਦੇ ਉਹ ਕਿਹਦੇ ਹੁੰਦੇ ਆ? ਕਿ ਉਹ ਬਿੱਲੀ ਦੇ ਹੁੰਦੇ ਆ, ਗਲੈਰੀ ਦੇ ਹੁੰਦੇ ਆ, ਸੱਪ ਦੇ ਹੁੰਦੇ ਆ, ਫਿਰ ਗਾਂ ਦੇ ਹੁੰਦੇ ਆ। ਕੱਟਣ ਤੇ ਚੀਰਨ ਲਈ ਤਿੱਖੇ ਦੰਦ ਕਿਹਦੇ ਹੁੰਦੇ ਆ ਜੀ? ਤੇ ਤਿੱਖੇ ਮੁੜੇ ਹੋਏ ਦੰਦ ਪਰ ਭੋਜਨ ਨੂੰ ਚਬਾਉਂਦੇ ਨਹੀਂ। ਇਹੋ ਜਿਹਾ ਕਿਹੜਾ ਜੀਵ ਹੈ ਜੀ ਜਿਹੜਾ ਕਿ ਭੋਜਨ ਨੂੰ ਨਹੀਂ ਚਬਾਉਂਦਾ, ਠੀਕ ਹੈ ਜੀ। ਇਹਦੇ ਜਿਹੜੇ ਦੰਦ ਹੁੰਦੇ ਆ ਉਹ ਤਿੱਖੇ ਹੁੰਦੇ ਆ ਤੇ ਮੁੜੇ ਹੋਏ ਹੁੰਦੇ ਆ, ਤੇ ਅਗਲੇ ਦੰਦ ਵੱਧਦੇ ਰਹਿੰਦੇ ਹਨ ਜੋ ਕਿ ਚੀਜ਼ਾਂ ਨੂੰ ਕੁਤਰਨ ਦਾ ਕੰਮ ਕਰਦੇ ਹਨ। ਤੇ ਇਹ ਵੀ ਤੁਸੀਂ ਦੱਸਣਾ ਹੈ ਜੀ ਇੱਥੇ ਜਵਾਬ ਕੀ ਹੋਏਗਾ। ਤੇ ਅਗਲੇ ਦੰਦ ਕਿਹੜੇ ਇਹੋ ਜਿਹੇ ਜੀਵ ਦੇ ਹੁੰਦੇ ਆ ਜਿਹੜੇ ਕਿ ਕੋਈ ਵੀ ਚੀਜ਼ ਕੁਤਰਨ ਦਾ ਕੰਮ ਕਰਦੇ ਆ ਜੀ। ਸੋ ਇਹਦਾ ਜਵਾਬ ਹੈ ਜੀ ਚੌਥੇ ਦਾ ਤਾਂ ਹੋ ਜਾਏਗਾ ਜੀ ਗਲੈਰੀ, ਠੀਕ ਹੈ ਜੀ। ਗਲੈਰੀ ਦੇ ਜਿਹੜੇ ਦੰਦ ਹੁੰਦੇ ਨੇ ਜੀ ਅਗਲੇ ਉਹ ਵੱਧਦੇ ਰਹਿੰਦੇ ਨੇ ਜੋ ਕਿ ਚੀਜ਼ਾਂ ਨੂੰ ਕੁਤਰਨ ਦਾ ਕੰਮ ਕਰਦੇ ਨੇ, ਠੀਕ ਹੈ ਜੀ। ਜੇਕਰ ਆਪਾਂ ਗੱਲ ਕਰੀਏ ਤਿੱਖੇ ਮੁੜੇ ਹੋਏ ਦੰਦ ਪਰ ਭੋਜਨ ਨੂੰ ਚਬਾਉਂਦੇ ਨੇ, ਤੁਸੀਂ ਇਹਨਾਂ ਦੇ ਵਿੱਚ ਕਿਹੜਾ ਜੀਵ ਹੈ ਜੀ ਜਿਹੜਾ ਭੋਜਨ ਨੂੰ ਨਹੀਂ ਚਬਾਉਂਦਾ? ਕਿ ਉਹ ਗਾਂ ਹੈ, ਗਾਂ ਤਾਂ ਚਬਾਉਂਦੀ ਹੈ ਜੀ, ਬਿੱਲੀ ਵੀ ਆਪਦੇ ਭੋਜਨ ਨੂੰ ਚਬਾਉਂਦੀ ਹੈ। ਤੇ ਹੋਰ ਰਹਿ ਕਿਹੜਾ ਗਿਆ ਜੀ? ਗਲੈਰੀ ਤਾਂ ਚਲੋ ਆਪਾਂ ਲਗਾ ਹੀ ਦਿੱਤਾ। ਸੋ ਅਗਲੇ ਦੰਦ ਵੱਧਦੇ ਰਹਿੰਦੇ ਹਨ, ਇਹ ਤਾਂ ਹੋ ਗਈ ਗਲੈਰੀ। ਤਿੱਖੇ ਮੁੜੇ ਹੋਏ ਦੰਦ ਪਰ ਭੋਜਨ ਨੂੰ ਚਬਾਉਂਦੇ ਨਹੀਂ, ਇਹ ਤਾਂ ਹੋ ਗਿਆ ਜੀ ਸੱਪ, ਠੀਕ ਹੈ ਜੀ। ਇਹਦਾ ਤਾਂ ਸੱਪ ਹੀ ਹੋ ਗਿਆ ਨਾ। ਤੇ ਵੱਢਣ ਲਈ ਅਗਲੇ ਛੋਟੇ ਦੰਦ ਹੁੰਦੇ ਨੇ ਤੇ ਕੱਟਣ ਤੇ ਚੀਰਨ ਲਈ ਤਿੱਖੇ ਦੰਦ ਹੁੰਦੇ ਨੇ ਜੀ। ਤੇ ਪਹਿਲੇ ਦਾ ਕੀ ਹੋ ਗਿਆ ਜੀ? ਪਹਿਲੇ ਦਾ ਤਾਂ ਹੋ ਗਿਆ ਗਾਂ, ਠੀਕ ਹੈ ਜੀ। ਵੱਢਣ ਲਈ ਅਗਲੇ ਛੋਟੇ ਦੰਦ ਹੁੰਦੇ ਆ ਜੀ, ਠੀਕ ਹੈ ਜੀ, ਗਾਂ ਦੇ ਹੀ ਹੁੰਦੇ ਆ ਨਾ। ਤੇ ਕੱਟਣ ਲਈ ਚੀਰਨ ਲਈ ਤਿੱਖੇ ਦੰਦ ਹੁੰਦੇ ਆ ਤੇ ਇਹ ਬਿੱਲੀ ਦੇ ਹੁੰਦੇ ਆ ਜੀ। ਸੋ ਆਪਸ਼ਨ ਨੰਬਰ ਵੇਖ ਲਓ ਜੀ, ਇਹਦੇ ਵਿੱਚ ਤਾਂ ਤੁਸੀਂ ਸਮਝ ਗਏ ਹੋਣੇ ਆ ਤਾਂ ਕੀ ਜਵਾਬ ਹੈਗਾ ਜੀ। ਤੇ ਇੱਥੇ ਜਿਹੜੀਆਂ ਆਪਸ਼ਨਾਂ ਸੀਗੀਆਂ ਜੀ ਉਹਨਾਂ ਆਪਸ਼ਨਾਂ ਕਾਰਨ ਫਿਰ ਕੁਐਸਚਨ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਸੀਗਾ ਤੇ ਤੁਹਾਨੂੰ ਇਸ ਪੇਜ ਤੇ ਕੁਝ ਵੇਖਣਾ ਨਹੀਂ ਸੀ, ਤਾਂ ਕਰਕੇ ਮੈਂ ਆਪਸ਼ਨਾਂ ਨੂੰ ਚੂਜ਼ ਨਹੀਂ ਕੀਤਾ। ਬਸ ਤੁਸੀਂ ਇਹਨਾਂ ਨੂੰ ਸਮਝ ਲਓ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਭੋਜਨ ਨੂੰ ਲੰਮੇ ਸਮੇਂ ਤੱਕ ਸੰਭਾਲ ਕੇ ਰੱਖਣ ਦਾ ਜਿਹੜਾ ਕਿਹੜਾ ਤਰੀਕਾ ਹੈ ਹੇਠ ਲਿਖਿਆਂ ਵਿੱਚੋਂ ਜੋੜਾਂ ਵਿੱਚ ਸਹੀ ਜੋੜ ਨਹੀਂ ਹੈ, ਠੀਕ ਹੈ ਜੀ। ਮਤਲਬ ਕਿ ਇੱਥੇ ਤਿੰਨ ਜੋੜ ਤਾਂ ਇਹੋ ਜਿਹੇ ਆ ਜਿਹੜੇ ਕਿ ਭੋਜਨ ਨੂੰ ਤੁਸੀਂ ਲੰਮੇ ਚਿਰ ਤੱਕ ਸੰਭਾਲ ਕੇ ਰੱਖ ਸਕਦੇ ਹੋ, ਬਟ ਇੱਕ ਆਪਸ਼ਨ ਦੇ ਵਿੱਚ ਗਲਤ ਗੱਲ ਦੱਸੀ ਹੋਈ ਹੈ। ਦਾਲ ਦੀਆਂ ਕਹਿ ਲਓ ਕਿ ਤੁਸੀਂ ਜਦੋਂ ਵੜੀਆਂ ਬਣਾ ਦਿੰਦੇ ਹੋ ਤੇ ਉਹਦੇ ਨਾਲ ਦਾਲਾਂ ਨੂੰ ਬਚਾਇਆ ਜਾ ਸਕਦਾ ਹੈ। ਨਿੰਬੂ ਦਾ ਅਚਾਰ ਪਾ ਦੋ, ਜਾਂ ਫਿਰ ਆਲੂ ਦੇ ਚਿਪਸ ਬਣਾ ਦੋ, ਜਾਂ ਫਿਰ ਦੁੱਧ ਦਾ ਪਨੀਰ ਬਣਾ ਦੋ, ਠੀਕ ਹੈ ਜੀ। ਜੇਕਰ ਤੁਸੀਂ ਦਾਲ ਦੀਆਂ ਵੜੀਆਂ ਬਣਾ ਲੈਂਦੇ ਹੋ ਤੇ ਦਾਲ ਨੂੰ ਵਾਵਾ ਟਾਈਮ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਜੀ। ਨਿੰਬੂ ਦਾ ਅਚਾਰ ਬਣਾਤਾ ਤੁਸੀਂ, ਫਿਰ ਵੀ ਉਹਨੂੰ ਕਾਫੀ ਲੰਮੇ ਸਮੇਂ ਤੱਕ ਸੰਭਾਲ ਸਕਦੇ ਹੋ। ਆਲੂ ਦੇ ਚਿਪਸ ਬਣਾਤੇ, ਇਹ ਵੀ ਗੱਲ ਠੀਕ ਹੈ। ਬਟ ਦੁੱਧ ਦਾ ਜਿਹੜਾ ਪਨੀਰ ਹੈ ਜੀ ਇਹ ਕਾਫੀ ਟਾਈਮ ਤੱਕ ਨਹੀਂ ਚੱਲਦਾ, ਠੀਕ ਹੈ ਨਾ ਜੀ, ਤੇ ਇਹ ਖਰਾਬ ਹੋ ਜਾਂਦਾ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਇਹਨਾਂ ਆਪਸ਼ਨਾਂ ਦੇ ਅਕੋਰਡਿੰਗ ਤਾਂ ਇਹੀ ਬਣ ਰਿਹਾ, ਹਾਲਾਂਕਿ ਇਹ ਕੰਟਰੋਵਰਸ਼ੀਅਲ ਕੁਐਸਚਨ ਹੈ। ਇਹਦੇ ਵਿੱਚ ਆਪਾਂ ਦਾਲਾਂ ਦੀ ਵੀ ਗੱਲ ਕਰ ਸਕਦੇ ਹਾਂ ਕਿ ਵੜੀਆਂ ਬਣਾ ਕੇ ਦਾਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਛੇਤੀ ਖਰਾਬ ਨਹੀਂ ਹੁੰਦੀਆਂ
ਤੇ ਤੁਸੀਂ ਇਹਦੀ ਗੱਲ ਕਿਵੇਂ ਕਹਿ ਸਕਦੇ ਹੋ? ਕੰਟਰੋਵਰਸ਼ੀਅਲ ਕੁਐਸਚਨ ਹੈ, ਬਟ ਇਹਨਾਂ ਵੱਲੋਂ ਜਿਹੜਾ ਆਪਾਂ ਕਿਉਂਕਿ ਆਪਸ਼ਨ ਜੇ ਆਈਆਂ ਹੋਈਆਂ ਤੇ ਆਪਾਂ ਕੋਈ ਜਵਾਬ ਤਾਂ ਲਾਉਣਾ ਹੀ ਆ ਨਾ, ਤੇ ਇੱਥੇ ਆਪਸ਼ਨ ਨੰਬਰ ਆਪਾਂ ਡੀ ਨੂੰ ਲਗਾ ਰਹੇ ਹਾਂ ਕਿ ਦੁੱਧ ਦਾ ਜਿਹੜਾ ਪਨੀਰ ਹੈ ਜੀ ਇਹ ਮੰਨ ਲਓ ਕਿ ਛੇਤੀ ਖਰਾਬ ਹੋ ਜਾਊਗਾ, ਫਿਰ ਵੀ ਇਹਨੂੰ ਆਪਾਂ ਲੰਮੇ ਸਮੇਂ ਤੱਕ ਸਾਂਭ ਕੇ ਨਹੀਂ ਰੱਖ ਸਕਦੇ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ। ਵੇਨਸ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਇਹ ਮੇਨਲੀ ਪਲੈਨਟ ਦੀ ਗੱਲ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੇਨਲੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਤੇ ਹੋਰ ਕਿਹੜਾ ਸੌਰ ਮੰਡਲ ਦਾ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? ਠੀਕ ਹੈ ਜੀ, ਤੁਸੀਂ ਇਹ ਦੱਸਣਾ ਹੈ ਕਿ ਇਹਦੇ ਵਿੱਚ ਕਿਹੜਾ ਇਹੋ ਜਿਹਾ ਪਲੈਨਟ ਹੈ ਜਿਹੜਾ ਕਿ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਜੇਕਰ ਆਪਾਂ ਅਰਥ ਦੀ ਗੱਲ ਕਰੀਏ, ਅਰਥ ਕਿੱਥੋਂ ਘੁੰਮਦੀ ਹੈ ਜੀ? ਅਰਥ ਵੈਸਟ ਟੂ ਈਸਟ ਵੱਲ ਘੁੰਮਦੀ ਹੈ। ਕਿੱਥੋਂ ਘੁੰਮਦੀ ਹੈ ਜੀ? ਮਤਲਬ ਕਿ ਉਹ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਜਿਹੜੀ ਆਪਣੀ ਧਰਤੀ ਹੈਗੀ ਆ। ਮਤਲਬ ਕਿ ਸਾਰੇ ਪਲੈਨਟ ਪੱਛਮ ਤੋਂ ਪੂਰਬ ਵੱਲ ਹੀ ਘੁੰਮਦੇ ਆ, ਬਟ ਵੇਨਸ ਦੇ ਨਾਲ ਇੱਕ ਹੋਰ ਇਹੋ ਜਿਹਾ ਪਲੈਨਟ ਹੈ ਜਿਹੜਾ ਕਿ ਕਹਿ ਲੋ ਕਿ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਮਤਲਬ ਕਿ ਬਾਕੀ ਪਲੈਨਟਸ ਦੇ ਕੰਪੈਰੀਜ਼ਨ, ਬਾਕੀ ਗ੍ਰਹਿ ਦੇ ਕੰਪੈਰੀਜ਼ਨ ਉਹ ਪੁੱਠੇ ਘੁੰਮਦੇ ਆ। ਉਹ ਕਿਹੜੇ ਪਲੈਨਟ ਹੈਗੇ ਆ ਜੀ? ਤੇ ਤੁਸੀਂ ਇਹਦੇ ਲਈ ਕੀ ਕਰ ਸਕਦੇ ਹੋ ਜੀ? ਇੱਕ ਟ੍ਰਿਕ ਨਾਲ ਤੁਸੀਂ ਯਾਦ ਕਰ ਸਕਦੇ ਹੋ। ਠੀਕ ਹੈ ਜੀ, ਦੋ ਸਿਰਫ ਪਲੈਨਟ ਨੇ ਜੀ ਜਿਨ੍ਹਾਂ ਦੇ ਵਿੱਚ ਨਸ ਆਉਂਦਾ ਹੈ। ਇੱਕ ਤਾਂ ਹੈ ਵੇਨਸ, ਇੱਕ ਤਾਂ ਕੀ ਹੈਗਾ ਜੀ? ਇੱਕ ਹੈ ਯੂਰੇਨਸ। ਇਹ ਵੇਨਸ ਤੇ ਯੂਰੇਨਸ ਇਹ ਦੋਹੇ ਸਿਰਫ ਇਹ ਦੋ ਪਲੈਨਟ ਹੈਗੇ ਆ ਜੀ ਜਿਹੜੇ ਕਿ ਪੂਰਬ ਤੋਂ ਪੱਛਮ ਵੱਲ ਘੁੰਮਦੇ ਆ। ਬਾਕੀ ਦੇ ਜਿਹੜੇ ਸਾਰੇ ਪਲੈਨਟ ਹੈ ਜੀ ਉਹ ਕਿੱਥੋਂ ਘੁੰਮਦੇ ਆ ਜੀ? ਪੱਛਮ ਤੋਂ ਪੂਰਬ ਵੱਲ ਘੁੰਮਦੇ ਆ। ਇੱਕ ਹੋਰ ਮੈਂ ਤੁਹਾਨੂੰ ਟ੍ਰਿਕ ਦੱਸ ਦਿੰਦਾ ਜੀ। MVEM ਤੇ J ਸਨ ਇਹ ਜਿਹੜੇ ਪਲੈਨਟ ਹੈ ਨਾ ਜੀ, ਜਿਵੇਂ ਕਿ M ਤੋਂ ਹੋ ਗਿਆ ਜੀ ਮਰਕਰੀ, V ਤੋਂ ਹੋ ਗਿਆ ਵੀਨਸ, E ਤੋਂ ਹੋ ਗਿਆ ਅਰਥ, M ਤੋਂ ਹੋ ਗਿਆ ਮਾਰਸ, J ਤੋਂ ਹੋ ਗਿਆ ਜੁਪੀਟਰ, S ਤੋਂ ਹੋ ਗਿਆ ਸੈਟਰਨ, U ਤੋਂ ਹੋ ਗਿਆ ਯੂਰੇਨਸ, N ਤੋਂ ਹੋ ਗਿਆ ਨੈਪਚੂਨ। ਇਹ ਸੀਰੀਅਲ ਵਾਈਜ਼ ਤੁਹਾਨੂੰ ਮੈਂ ਗ੍ਰਹਿ ਦੱਸ ਰਿਹਾ ਤੇ ਇਹਦੇ ਵਿੱਚ ਜਿਹੜੇ ਪਲੈਨਟਸ ਹੈਗੇ ਆ ਜੀ, ਜਿਵੇਂ ਕਿ ਇਹ ਜਿਹੜੇ ਚਾਰ ਪਲੈਨਟ ਆ ਨਾ, ਪਹਿਲੇ ਇਹ ਪੱਥਰਾਂ ਨਾਲ ਬਣੇ ਹੋਏ ਪਲੈਨਟ ਹੈ। ਇਹਨੂੰ ਤੁਸੀਂ ਰੌਕੀ ਪਲੈਨਟ ਵੀ ਕਹਿੰਦੇ ਹੋ, ਰੌਕਸ ਨਾਲ ਬਣੇ ਹੋਏ ਆ। ਤੇ ਜਿਹੜੇ ਆ ਲਾਸਟ ਵਾਲੇ ਜਿਹੜੇ ਪਲੈਨਟ ਹੈਗੇ ਆ ਜੀ ਇਹ ਗੈਸ ਨਾਲ ਬਣੇ ਹੋਏ ਆ। ਠੀਕ ਹੈ ਜੀ, ਇਹ ਕਿਹਦੇ ਨਾਲ ਬਣੇ ਹੋਏ ਆ? ਇਹ ਗੈਸ ਨਾਲ ਬਣੇ ਹੋਏ ਪਲੈਨਟ ਹੈਗੇ ਆ ਜੀ। ਠੀਕ ਹੈ ਜੀ, ਤੇ ਇਹਨਾਂ ਗੱਲਾਂ ਨੂੰ ਤੁਸੀਂ ਖਾਸ ਢੰਗ ਨਾਲ ਯਾਦ ਰੱਖ ਲੈਣਾ ਹੈ। ਤੇ ਜਿਹੜਾ ਜੁਪੀਟਰ ਗ੍ਰਹਿ ਹੈ ਜੀ ਇਹ ਸਾਰਿਆਂ ਨਾਲੋਂ ਵੱਡਾ ਗ੍ਰਹਿ ਹੈ। ਠੀਕ ਹੈ ਜੀ, ਤੇ ਇਹ ਆਪਣੀ ਗੱਲ ਸੀਗੀ। ਇੱਥੇ ਤੁਸੀਂ ਲਾਉਣਾ ਹੈ ਜੀ ਯੂਰੇਨਸ ਤੇ ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਕਸ਼ਮੀਰ ਪਸ਼ਮੀਨੇ ਲਈ ਪ੍ਰਸਿੱਧ ਹੈ। ਪਸ਼ਮੀਨੇ ਲਈ ਪ੍ਰਸਿੱਧ ਹੈ ਜੋ ਕਿ ਬਹੁਤ ਖਾਸ ਤੇ ਨਰਮ ਉੱਨ ਹੈ। ਇਹ ਸਾਨੂੰ ਕਿੱਥੋਂ ਮਿਲਦੀ ਹੈ ਜੀ? ਠੀਕ ਹੈ ਜੀ, ਕਸ਼ਮੀਰ ਇਜ਼ ਫੇਮਸ ਫॉर ਪਸ਼ਮੀਨਾ ਉੱਨ ਹੈਗੀ ਜੀ, ਵੂਲ ਹੁੰਦੀ ਹੈ ਇੱਕ। ਇਹ ਬਹੁਤ ਹੀ ਸਪੈਸ਼ਲ ਵੂਲ ਹੁੰਦੀ ਹੈ ਤੇ ਬੜੀ ਸੌਫਟ ਹੁੰਦੀ ਹੈ। ਇਹ ਆਪਾਂ ਨੂੰ ਮਿਲਦੀ ਕਿੱਥੋਂ ਆ? ਕਿ ਇਹ ਬੱਕਰੀਆਂ ਤੋਂ ਮਿਲਦੀ ਹੈ, ਕਿ ਇਹ ਯਾਕ ਤੋਂ ਮਿਲਦੀ ਹੈ, ਖਰਗੋਸ਼ ਤੋਂ ਮਿਲਦੀ ਹੈ, ਜਾਂ ਫਿਰ ਇਹ ਭੇਡਾਂ ਤੋਂ ਮਿਲਦੀ ਹੈ? ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ? ਇਹਦਾ ਸਹੀ ਜਵਾਬ ਹੈ ਬੱਕਰੀਆਂ ਤੋਂ, ਗੌਡਸ ਤੋਂ ਆਪਾਂ ਨੂੰ ਜਿਹੜੀ ਪਸ਼ਮੀਨਾ ਜਿਹੜੀ ਵੂਲ ਹੈਗੀ ਹੈ ਜੀ, ਜਿਹੜੀ ਉੱਨ ਹੈ ਇੱਥੋਂ ਮਿਲਦੀ ਹੈ ਬੱਕਰੀਆਂ ਤੋਂ। ਠੀਕ ਹੈ ਜੀ, ਇਹ ਵੀ ਇੱਕ ਖਾਸ ਕਿਸਮ ਦੀਆਂ ਬੱਕਰੀਆਂ ਹੁੰਦੀਆਂ ਨੇ ਜੀ, ਇਹਦੋਂ ਤੋਂ ਮਿਲਦੀਆਂ ਨੇ। ਆਪਸ਼ਨ ਨੰਬਰ ਏ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਜਿਹੜਾ ਸਿਲਕ ਰੇਸ਼ਾ ਹੈ ਅਸਲ ਵਿੱਚ ਕੀ ਹੈ? ਜਟਿਲ ਕਾਰਬੋਹਾਈਡਰੇਟ ਹੈ ਜੀ। ਠੀਕ ਹੈ ਜੀ, ਜਾਂ ਫਿਰ ਸਟਾਰਚ ਹੈ। ਸਟਾਰਚ ਨੂੰ ਤੁਸੀਂ ਹੋਰ ਕੀ ਕਹਿੰਦੇ ਹੋ ਜੀ? ਜਿਹਨੂੰ ਤੁਸੀਂ ਕਹਿ ਸਕਦੇ ਹੋ ਮਾਂਡੀ, ਜਾਂ ਫਿਰ ਇਹ ਪ੍ਰੋਟੀਨ ਹੈ, ਜਾਂ ਫਿਰ ਚਰਬੀ ਦੀ ਇੱਕ ਕਿਸਮ ਹੈਗੀ ਹੈ। ਠੀਕ ਹੈ ਜੀ, ਚਰਬੀ ਦੀ ਕੀ ਹੈ ਜੀ? ਜਾਂ ਫਿਰ ਵਸਾ ਦੀ ਇੱਕ ਕਿਸਮ ਹੈ, ਚਰਬੀ ਦੀ ਕਿਸਮ ਹੈ। ਜਿਹੜਾ ਸਿਲਕ ਰੇਸ਼ਾ ਹੈ ਇਹ ਅਸਲ ਵਿੱਚ ਇੱਕ ਪ੍ਰੋਟੀਨ ਹੈ। ਠੀਕ ਹੈ ਜੀ, ਪ੍ਰੋਟੀਨ ਹੈ। ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ। ਜਿਹੜਾ ਸਿਲਕ ਰੇਸ਼ਾ ਹੈ, ਸਿਲਕ ਫਾਈਬਰ ਤੁਸੀਂ ਅੰਗਰੇਜ਼ੀ ਵਿੱਚ ਕਹਿੰਦੇ ਹੋ, ਇਹਨੂੰ ਕੀ ਕਹਿੰਦੇ ਹੋ ਜੀ? ਸਿਲਕ ਫਾਈਬਰ ਕਹਿੰਦੇ ਹੋ। ਸਿਲਕ ਫਾਈਬਰ ਕੀ ਹੈ ਜੀ? ਸਿਲਕ ਫਾਈਬਰ ਇੱਕ ਪ੍ਰੋਟੀਨ ਹੈ। ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ ਚੱਕਰਵਾਤ। ਚੱਕਰਵਾਤ ਨੂੰ ਤੁਸੀਂ ਅੰਗਰੇਜ਼ੀ ਵਿੱਚ ਕਹਿੰਦੇ ਹੋ ਜੀ ਸਾਈਕਲੋਨ। ਸਾਈਕਲੋਨ ਕੀ ਹੈ ਜੀ? ਕੁਦਰਤੀ ਆਪਦਾ ਹੈ। ਮਤਲਬ ਕਿ ਨੈਚੁਰਲ ਡਿਜ਼ਾਸਟਰ ਹੈ ਨਾ, ਕੁਦਰਤੀ ਆਪਦਾ ਹੈ। ਇਹਦੇ ਮਤਲਬ ਕਿ ਇਹ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੈਗਾ। ਇਹ ਕਦੋਂ ਵੀ ਆ ਸਕਦੀ ਹੈ ਚੱਕਰਵਾਤ। ਤੇ ਇਹ ਆਪਦਾ ਹੈ ਜੋ ਲੋਕਾਂ ਦੀ ਜ਼ਿੰਦਗੀ ਦੇ ਘਰ-ਬਾਰ ਨੂੰ ਪ੍ਰਭਾਵਿਤ ਕਰਦੀ ਹੈ। ਮਤਲਬ ਕਿ ਲੋਕਾਂ ਦੇ ਜਾਨ ਮਾਲ ਦਾ ਕੀ ਕਰਦੀ ਹੈ? ਹਾਨੀ ਕਰਦੀ ਹੈ। ਹੇਠ ਲਿਖਿਆਂ ਵਿੱਚੋਂ ਭਾਰਤ ਦੇ ਕਿਹੜੇ ਇਲਾਕੇ ਵਿੱਚ ਇਸ ਦਾ ਜਿਹੜਾ ਸ਼ਿਕਾਰ ਹੈ ਜੀ ਉਹ ਹੋ ਸਕਦੇ ਆ? ਕਿ ਉਹ ਟਹਿਰੀ ਹੈ, ਜੈਸਲਮੇਰ ਹੈ, ਵਿਸ਼ਾਖਾਪਟਨਮ ਹੈ, ਜਾਂ ਫਿਰ ਭੋਪਾਲ ਹੈ? ਜੇਕਰ ਆਪਾਂ ਸੋਚ ਕੇ ਵੇਖੀਏ, ਲੌਜੀਕਲੀ ਸੋਚੀਏ ਵੀ ਤੇ ਇਹਦਾ ਕੀ ਜਵਾਬ ਹੋ ਸਕਦਾ ਹੈ? ਜੇਕਰ ਆਪਾਂ ਭੋਪਾਲ ਦੀ ਗੱਲ ਕਰੀਏ, ਇਹ ਕਿੱਥੇ ਹੈ ਜੀ? ਮੱਧ ਪ੍ਰਦੇਸ਼ ਦੇ ਵਿੱਚ ਹੈ ਨਾ ਭੋਪਾਲ, ਤੇ ਉਹ ਤਾਂ ਮਿਡਲ ਵਿੱਚ ਹੈ। ਉੱਥੇ ਤਾਂ ਤੁਹਾਨੂੰ ਕੋਈ ਤਟਵਰਤੀ ਖੇਤਰ ਵੇਖਣ ਨੂੰ ਨਹੀਂ ਮਿਲੇਗਾ। ਕੋਸਟਲ ਏਰੀਆ ਦੀ ਮੈਂ ਗੱਲ ਕਰ ਰਿਹਾ, COASTAL, ਕੋਸਟਲ ਏਰੀਆ। ਕੋਸਟਲ ਏਰੀਆ ਕਿਹੜੇ ਹੁੰਦੇ ਨੇ ਜੀ? ਜਿਹੜੇ ਕਿ ਸਮੁੰਦਰਾਂ ਦੇ ਨਾਲ ਜਿਹੜੇ ਲੱਗਦੇ ਏਰੀਆ ਹੈਗੇ ਆ ਜੀ, ਆਪਾਂ ਉਹਦੀ ਗੱਲ ਕਰ ਰਹੇ ਹਾਂ। ਤੇ ਕੋਸਟਲ ਏਰੀਆ ਦੇ ਵਿੱਚ ਸਾਈਕਲੋਨ ਮੇਨਲੀ ਆਉਂਦੇ ਕਿੱਥੇ ਆ ਜੀ? ਇਹ ਕੋਸਟਲ ਏਰੀਆ ਦੇ ਵਿੱਚ ਹੀ ਆਉਂਦੇ ਆ ਨਾ। ਸਾਈਕਲੋਨ ਜਿਹੜੇ ਚੱਕਰਵਾਤ ਹੈਗੇ ਆ ਉਹ ਕੋਸਟਲ ਏਰੀਆ ਦੇ ਨੇੜੇ ਆਉਂਦੇ ਆ ਜਿੱਥੇ ਸਮੁੰਦਰ ਹੈਗੇ ਆ। ਤੇ ਇਹ ਸਮੁੰਦਰ ਦੇ ਲਾਗੇ ਵੇਖ ਲਓ ਕਿਹੜਾ ਸ਼ਹਿਰ ਹੈ। ਜੇਕਰ ਆਪਾਂ ਵਿਸ਼ਾਖਾਪਟਨਮ ਦੀ ਗੱਲ ਕਰੀਏ, ਜੇਕਰ ਤੁਸੀਂ ਹਿਸਟਰੀ ਵੀ ਪੜ੍ਹਦੇ ਹੋ, ਉੱਥੇ ਆਪਾਂ ਇਹੀ ਪੜ੍ਹਦੇ ਆ ਨਾ ਕਿ ਅੰਗਰੇਜ਼ਾਂ ਨੇ ਇੱਥੋਂ ਆਉਣ ਦੀ ਸ਼ੁਰੂਆਤ ਜੀ ਕੀਤੀ ਸੀਗੀ। ਇੱਥੇ ਵੀ ਬੰਦਰਗਾਹ ਹੈਗੇ ਸੀਗੇ। ਬੰਦਰਗਾਹ ਨੂੰ ਤੁਸੀਂ ਅੰਗਰੇਜ਼ੀ ਵਿੱਚ ਪੋਰਟ ਕਹਿੰਦੇ ਹੋ। ਤੇ ਵਿਸ਼ਾਖਾਪਟਨਮ ਕੀ ਹੈ ਜੀ? ਇੱਕ ਕੋਸਟਲ ਏਰੀਆ ਹੈ। ਤੇ ਜੈਸਲਮੇਰ ਕੀ ਹੈ ਜੀ? ਰਾਜਸਥਾਨ ਦਾ ਏਰੀਆ। ਤੇ ਇਹਦੇ ਵਿੱਚ ਤਾਂ ਆਊਗਾ ਨਹੀਂ। ਔਰ ਠੀਕ ਹੈ ਜੀ, ਇੱਥੇ ਤਾਂ ਮਤਲਬ ਤੁਹਾਨੂੰ ਚੱਕਰਵਾਤ ਨਹੀਂ ਦੇਖਣ ਨੂੰ ਮਿਲਣਗੇ, ਬਟ ਵਿਸ਼ਾਖਾਪਟਨਮ ਦੇ ਵਿੱਚ ਕਹਿ ਲਓ ਕਿ ਇਹ
ਭਾਰਤ ਦੇ ਕਿਹੜੇ ਇਹ ਜਿਹੜਾ ਇਲਾਕਾ ਹੈ ਜੀ ਇਹ ਚੱਕਰਵਾਤ ਜਿਹੜੀ ਕੁਦਰਤੀ ਆਪਦਾ ਹੈ ਇੱਥੇ ਦਾ ਸ਼ਿਕਾਰ ਹੈ। ਆਪਸ਼ਨ ਨੰਬਰ ਸੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ ਜੀ। ਤੇ ਆਪਾਂ ਚੱਲਾਂਗੇ ਹੁਣ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਅਜੇ ਨਾਮ ਦਾ ਜਿਹੜਾ ਇੱਕ ਮੁੰਡਾ ਹੈ ਉਹ ਦੁੱਧ ਦੇ ਗਲਾਸ ਵਿੱਚ 2 ਚਮਚ ਖੰਡ ਪਾਉਂਦਾ ਹੈ, ਚਮਚ ਚੀਨੀ ਪਾਉਂਦਾ ਹੈ ਤੇ ਉਹ ਦੁੱਧ ਨੂੰ ਜੇ ਗਰਮ ਕਰੇ ਤਾਂ ਚੀਨੀ ਦੀ ਜਿਹੜੀ ਘੁਲਣਸ਼ੀਲਤਾ ਹੈ, ਸੋਲਿਬਿਲਿਟੀ ਆਪਾਂ ਕਹਿ ਦਿੰਦੇ ਆ ਜੀ, ਜਿਹੜੀ ਘੁਲਣਸ਼ੀਲਤਾ ਹੈ ਉਹਦਾ ਕੀ ਹੋਏਗਾ, ਘੁਲਣਸ਼ੀਲਤਾ ਵਧੇਗੀ। ਜਿਹੜੀ ਉਹਦੀ ਸੋਲਿਬਿਲਿਟੀ ਹੈ ਉਹ ਕੀ ਹੋਏਗੀ ਜੀ, ਵਧੇਗੀ। ਸੋਲਿਬਿਲਿਟੀ ਘਟੇਗੀ ਜਾਂ ਫਿਰ ਘੁਲਣਸ਼ੀਲਤਾ ਤੇ ਕੋਈ ਪ੍ਰਭਾਵ ਨਹੀਂ ਹੋਏਗਾ ਜਾਂ ਫਿਰ ਘੁਲਣਸ਼ੀਲਤਾ ਹੈ ਵੱਧ ਕੇ ਘਟੇਗੀ। ਤੇ ਜਦੋਂ ਵੀ ਆਪਾਂ ਤੁਸੀਂ ਆਮ ਤੌਰ ਤੇ ਵੇਖਿਆ ਹੀ ਹੋਊਗਾ ਨਾ, ਜਦੋਂ ਵੀ ਤੁਸੀਂ ਖੰਡ ਵਗੈਰਾ ਪਾਉਨੇ ਹੋ ਚਾਹ ਬਣਾਉਣ ਲੱਗੇ ਜਾਂ ਫਿਰ ਕਈ ਵਾਰ ਤੁਸੀਂ ਦੁੱਧ ਵਿੱਚ ਵੀ ਪਾਉਂਦੇ ਹੋ ਤੇ ਉਹਦੇ ਵਿੱਚ ਜਦੋਂ ਵੀ ਤੁਸੀਂ ਗੈਸ ਜਿਹੜਾ ਹੈ ਜੀ ਉਹਨੂੰ ਤੁਸੀਂ ਔਨ ਕਰਦੇ ਹੋ ਗਰਮ ਕਰਨ ਲਈ ਤੇ ਜਿਹੜੀ ਖੰਡ ਹੈ ਉਹ ਪਿਘਲ ਜਾਂਦੀ। ਕਿਉਂ ਪਿਘਲਦੀ ਹੈ ਜੀ, ਕਿਉਂਕਿ ਉਹਦੇ ਵਿੱਚ એનર્ਜੀ ਹੁੰਦੀ ਹੈ। ਜਿਹੜੀ ਉਹ એનર્ਜੀ ਹੈ ਜੀ ਜਦੋਂ ਉਹਨੂੰ ਉਹ ਗਰਮ ਕਰ ਰਹੀ ਹੁੰਦੀ ਹੈ ਖੰਡ ਨੂੰ ਤੇ ਉਹਦੇ ਨਾਲ ਉਹ ਛੇਤੀ ਛੇਤੀ ਮੂਵ ਕਰਨ ਲੱਗ ਜਾਂਦੀ ਹੈ ਜਿਹੜੀ ਉਹ ਚੀਜ਼ ਹੁੰਦੀ ਆ ਤੇ ਉਹਦੇ ਨਾਲ ਉਹ ਜਿਹੜੀ ਸੋਲਿਬਿਲਿਟੀ ਉਹ ਵਧਣ ਲੱਗ ਜਾਂਦੀ ਹੈ ਤੇ ਮਤਲਬ ਕਿ ਉਹਦੇ ਵਿੱਚ ਘੁਲੇਗੀ, ਛੇਤੀ ਘੁਲ ਜਾਏਗੀ ਜੇਕਰ ਆਪਾਂ ਗੈਸ ਨੂੰ ਉਹਦੇ ਵਿੱਚ ਖੰਡ ਪਾਉਣ ਤੋਂ ਬਾਅਦ ਉਹਨੂੰ ਗਰਮ ਕਰਾਂਗੇ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਵੇਖੋ। ਸਾਰੇ ਜਾਣਦੇ ਹਨ ਕਿ ਮ੍ਰਿਤ ਸਾਗਰ ਜਿਹੜਾ ਡੈਡ ਸੀ ਹੈ ਵਿੱਚ ਤੈਰਨ ਦੀ ਲੋੜ ਨਹੀਂ, ਉਸ ਵਿੱਚ ਇਨਸਾਨ ਬੜੀ ਆਸਾਨੀ ਨਾਲ ਬਹਿ ਸਕਦਾ ਹੈ ਜਦ ਕਿ ਹੋਰ ਸਮੁੰਦਰਾਂ ਵਿੱਚ ਤੈਰਨ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਡੈਡ ਸੀ ਬਾਰੇ ਤੁਸੀਂ ਬਹੁਤ ਹੀ ਜ਼ਿਆਦਾ ਵਾਰ ਸੁਣਿਆ ਵੀ ਹੋਊਗਾ। ਮ੍ਰਿਤ ਸਾਗਰ ਵਿੱਚ ਨਮਕ ਦੀ ਜਿਹੜੀ ਵੱਧ ਮਾਤਰਾ ਹੈ ਉਸ ਦੇ ਘਣਤਵ ਨੂੰ ਵਧਾਉਂਦੀ ਹੈ। ਜਿਹੜੀ ਘਣਤਾ ਦੀ ਗੱਲ ਕੀਤੀ ਜਾ ਰਹੀ ਹੈ ਜੀ, ਇੱਥੇ ਵੀ ਡੈਂਸਿਟੀ ਵਾਲੀ ਗੱਲ ਕੀਤੀ ਜਾ ਰਹੀ ਹੈ। ਆਪਾਂ ਸ਼ੁਰੂਆਤ ਕੀਤੀ ਸੀ ਨਾ ਜੀ ਇਸੇ ਪ੍ਰਸ਼ਨ ਤੋਂ, ਡੈਂਸਿਟੀ ਵਾਲੇ ਪ੍ਰਸ਼ਨ ਤੋਂ। ਤੇ ਇਹਦੇ ਵਿੱਚ ਦੱਸੋ ਕਿ ਮ੍ਰਿਤ ਸਾਗਰ ਵਿੱਚ ਕਹਿ ਰਿਹਾ ਕਿ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੈਗੀ ਆ, ਜਾਂ ਫਿਰ ਆਪਸ਼ਨ ਨੰਬਰ ਡੀ ਕਿ ਬੀ ਘੱਟ ਨਮਕ ਦੀ ਮਾਤਰਾ ਘਣਤਵ ਨੂੰ ਵਧਾਉਂਦੀ ਹੈ। ਤੁਹਾਨੂੰ ਕੀ ਲੱਗਦਾ ਹੈ ਜੀ, ਨਮਕ ਦੀ ਘੱਟ ਮਾਤਰਾ ਹੋਣ ਨਾਲ ਜਿਹੜਾ ਘਣਤਵ ਹੈ ਡੈਂਸਿਟੀ ਹੈ ਉਹ ਵੱਧ ਜਾਂਦੀ ਹੈ ਜਾਂ ਫਿਰ ਵੱਧ ਨਮਕ ਦੀ ਮਾਤਰਾ ਘਣਤਵ ਨੂੰ ਘਟਾਉਂਦੀ ਹੈ? ਕਿ ਵੱਧ ਮਾਤਰਾ ਹੋਏਗੀ ਤੇ ਜਿਹੜਾ ਡੈਂਸਿਟੀ ਹੈ ਉਹ ਵੀ ਘਟੇਗੀ ਜਾਂ ਫਿਰ ਘੱਟ ਨਮਕ ਦੀ ਮਾਤਰਾ ਘਣਤਵ ਨੂੰ ਘਟਾਉਂਦੀ ਹੈ? ਇੱਥੇ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਏ। ਜਿਹੜਾ ਮ੍ਰਿਤ ਸਾਗਰ ਹੈ ਨਾ, ਜਿਹੜਾ ਡੈਡ ਸੀ ਕਹਿੰਦੇ ਹੋ ਅੰਗਰੇਜ਼ੀ ਵਿੱਚ, ਇਹਦੇ ਵਿੱਚ ਜਿਹੜੀ ਨਮਕ ਦੀ ਮਾਤਰਾ ਹੈਗੀ ਉਹ ਕਾਫੀ ਜ਼ਿਆਦਾ ਹੈਗੀ ਹੈ ਤੇ ਇੱਥੇ ਤੁਹਾਨੂੰ ਤੈਰਨ ਦੀ ਲੋੜ ਨਹੀਂ। ਜਦੋਂ ਤੁਸੀਂ ਤੈਰੋਗੇ ਨਹੀਂ ਮਤਲਬ ਕਿ ਤੁਸੀਂ ਡੁੱਬ ਨਹੀਂ ਸਕਦੇ, ਕਿਉਂਕਿ ਇਹਦੇ ਵਿੱਚ ਜਿਹੜੀ ਪਾਣੀ ਦੀ ਘਣਤਾ ਹੈਗੀ ਆ, ਡੈਂਸਿਟੀ ਹੈ, ਉਹ ਜ਼ਿਆਦਾ ਲੂਣ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਹੈਗੀ ਹੈ। ਠੀਕ ਹੈ ਜੀ। ਸੋ ਇੱਥੇ ਕੋਈ ਡੁੱਬ ਨਹੀਂ ਸਕਦਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲੇ ਪ੍ਰਸ਼ਨ ਨੂੰ ਵੇਖਦੇ ਹਾਂ। ਅਗਲਾ ਪ੍ਰਸ਼ਨ ਹੈ ਜੀ, ਮਧੂਮੱਖੀਆਂ ਦੇ ਛੱਤੇ ਵਿੱਚ 3 ਤਰ੍ਹਾਂ ਦੀਆਂ ਮੱਖੀਆਂ ਹੁੰਦੀਆਂ ਨੇ ਜੀ, ਰਾਣੀ ਮੱਖੀ, ਨੌਕਰ ਮੱਖੀ ਤੇ ਡਰੋਨ ਮੱਖੀ। ਤੁਹਾਨੂੰ ਇਹ ਪਤਾ ਲੱਗ ਗਿਆ ਕਿ ਮਧੂਮੱਖੀਆਂ ਦਾ ਜਿਹੜਾ ਛੱਤਾ ਹੁੰਦਾ ਹੈ ਜੀ, ਛੱਤਾਂ ਨੂੰ ਤੁਸੀਂ ਹਾਈਵ ਕਹਿੰਦੇ ਹੋ, HIVE, ਹਾਈਵ ਕਹਿੰਦੇ ਹੋ ਮਧੂਮੱਖੀ ਦੇ ਛੱਤੇ ਨੂੰ। ਤੇ ਮਧੂਮੱਖੀ ਦੇ ਛੱਤੇ ਵਿੱਚ ਤੁਹਾਨੂੰ 3 ਤਰ੍ਹਾਂ ਦੀਆਂ ਮੱਖੀਆਂ ਮਿਲਦੀਆਂ ਨੇ ਜੀ, ਰਾਣੀ ਮੱਖੀ, ਨੌਕਰ ਮੱਖੀ ਤੇ ਡਰੋਨ ਮੱਖੀ। ਹੁਣ ਦੱਸੋ ਕਿਹੜਾ ਕਥਨ ਗਲਤ ਹੈ? ਮਤਲਬ ਕਿ 3 ਕਥਨ ਤਾਂ ਸਹੀ ਹੈਗੇ ਆ ਜੀ। ਸਭ ਨੌਕਰ ਮੱਖੀਆਂ ਮਾਦਾ ਹਨ, ਮਤਲਬ ਕਿ ਸਾਰੀਆਂ ਜਿਹੜੀਆਂ ਨੌਕਰ ਕੀ ਹੈ ਜੀ, ਸਰਵੈਂਟ, ਸਾਰੀਆਂ ਸਰਵੈਂਟ ਜਿਹੜੀਆਂ ਮੱਖੀਆਂ ਨੇ ਜੀ, ਬੀਜ਼ ਹੈਗੀਆਂ ਨੇ ਜੀ, ਉਹ ਕੀ ਨੇ ਜੀ, ਫੀਮੇਲਸ ਹੈਗੀਆਂ ਨੇ। ਸਾਰੇ ਜਿਹੜੇ ਡਰੋਨ ਹੈਗੇ ਆ ਜੀ, ਡਰੋਨ ਕੀ ਹੈ ਜੀ, ਉਹ ਸਾਰੇ ਮੇਲ ਹੈਗੇ ਆ ਜਾਂ ਫਿਰ ਸਿਰਫ ਰਾਣੀ ਹੀ ਆਂਡੇ ਦਿੰਦੀ ਹੈ। ਜਿਹੜੀ ਕਿ ਰਾਣੀ ਮੱਖੀ ਹੁੰਦੀ ਹੈ, ਕੁਈਨ ਬੀ ਹੁੰਦੀ ਹੈ, ਸਿਰਫ ਉਹੀ ਲੇ ਐਗ ਆਂਡੇ ਦਿੰਦੀ ਹੈ ਤੇ ਨੌਕਰ ਮੱਖੀਆਂ ਨਰ ਤੇ ਮਾਦਾ ਹਨ। ਠੀਕ ਹੈ ਜੀ। ਹੁਣ ਆਪਸ਼ਨ ਨੰਬਰ, ਜੇ ਤੁਹਾਨੂੰ ਇਹ ਪ੍ਰਸ਼ਨ ਨਹੀਂ ਵੀ ਆਉਂਦਾ, ਆਪਸ਼ਨ ਨੰਬਰ ਏ ਤੇ ਡੀ ਦੇ ਵਿੱਚ ਤੁਸੀਂ ਕਨਫਿਊਜ਼ ਹੋ ਸਕਦੇ ਹੋ। ਕਿਉਂ? ਕਿਉਂਕਿ ਇਹਨਾਂ ਦੋਵਾਂ ਦੇ ਵਿੱਚ ਕੰਪਲੀਟਲੀ ਆਪੋਜ਼ਿਟ ਗੱਲ ਲਿਖੀ ਹੋਈ ਹੈ ਤੇ ਆਪਸ਼ਨ ਨੰਬਰ ਡੀ ਇੱਥੇ ਤੁਹਾਡਾ ਸਹੀ ਜਵਾਬ ਹੈ। ਕਿਉਂਕਿ ਜਿਹੜੀਆਂ ਨੌਕਰ ਮੱਖੀਆਂ ਹੁੰਦੀਆਂ ਨੇ ਹੈਗੀਆਂ ਨੇ ਜੀ, ਸਰਵੈਂਟ ਮੱਖੀਆਂ, ਇਹ ਸਿਰਫ ਮਾਦਾ ਹੁੰਦੀਆਂ ਨੇ ਜੀ, ਸਿਰਫ ਫੀਮੇਲ ਮੱਖੀਆਂ ਹੁੰਦੀਆਂ ਨੇ। ਤੇ ਇੱਥੇ ਕੀ ਲਿਖਿਆ ਹੋਇਆ, ਨੌਕਰ ਮੱਖੀਆਂ ਨਰ ਤੇ ਮਾਦਾ ਦੋਵੇਂ ਹੁੰਦੀਆਂ ਨੇ ਜੀ? ਬਿਲਕੁਲ ਨਹੀਂ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਨੌਕਰ ਮੱਖੀਆਂ ਸਿਰਫ ਮੱਖੀਆਂ ਮਾਦਾ ਮੱਖੀਆਂ ਹੁੰਦੀਆਂ ਨੇ ਜੀ, ਡਰੋਨ ਮੱਖੀਆਂ ਨਰ ਹੁੰਦੇ ਨੇ ਜੀ। ਸਾਰੇ ਡਰੋਨ ਜਿਹੜੀਆਂ ਮੱਖੀਆਂ ਨੇ ਜੀ ਉਹ ਨਰ ਹੁੰਦੇ ਨੇ ਤੇ ਰਾਣੀ ਮੱਖੀ ਹੀ ਸਿਰਫ ਆਂਡੇ ਦਿੰਦੀ ਹੈ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲੇ ਪ੍ਰਸ਼ਨ ਨੂੰ ਵੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸੱਚ ਨਹੀਂ ਹੈ? ਹੁਣ ਆਗੇ ਜੀ 5 ਪੈਡਾਗੋਜੀ ਦੇ ਪ੍ਰਸ਼ਨ। ਹੁਣ ਤੁਸੀਂ ਸੋਚ ਕੇ ਦੱਸੋ ਕਿ ਇੱਥੇ ਕਿਹੜਾ ਜਿਹੜਾ ਕਥਨ ਹੈ ਜੀ ਸੱਚ ਨਹੀਂ ਹੈ। ਯੁਗਮ ਇੱਕ ਕੋਸ਼ਕੀ ਸ਼ੈਲ ਹੈ। ਯੁਗਮ ਕੀ ਹੈ ਜੀ, ਜਾਇਗੋਟ ਦੀ ਗੱਲ ਕੀਤੀ ਜਾ ਰਹੀ ਹੈ। ਜਾਇਗੋਟ ਕੀ ਹੈ ਜੀ, ਇੱਕ ਯੂਨੀਸੈਲੂਲਰ ਹੈ ਤੇ ਭਰੂਣ ਇੱਕ ਕੋਸ਼ਕੀ ਸ਼ੈਲ ਹੈ। ਭਰੂਣ ਨੂੰ ਤੁਸੀਂ ਐਮਬ੍ਰਾਇਓ ਕਹਿੰਦੇ ਹੋ। ਕੀ ਕਹਿੰਦੇ ਹੋ ਜੀ? ਐਮਬ੍ਰਾਇਓ ਇੱਕ ਕੀ ਹੈ ਜੀ, ਇੱਕ ਯੂਨੀਸੈਲੂਲਰ ਹੈ ਜਾਂ ਫਿਰ ਅੰਡਾਣੂ ਇੱਕ ਕੋਸ਼ਕੀ ਸ਼ੈਲ ਹੈ। ਠੀਕ ਹੈ ਜੀ। ਤੇ ਓਵਾ ਕੀ ਹੈ ਜੀ, ਇਹਨੂੰ ਓਵਾ ਕਹਿੰਦੇ ਹੋ ਤੁਸੀਂ। ਓਵਾ ਕੀ ਹੈ ਜੀ, ਇਹ ਵੀ ਇੱਕ ਯੂਨੀਸੈਲੂਲਰ ਹੈ ਜਾਂ ਫਿਰ ਇੱਕ ਆਂਡਾ ਹੈ, ਇੱਕ ਕੋਸ਼ਕੀ ਸ਼ੈਲ ਹੈ। ਜੇਕਰ ਆਪਾਂ ਆਪਸ਼ਨ ਨੰਬਰ ਏ, ਸੀ ਤੇ ਡੀ ਨੂੰ ਵੇਖੀਏ, ਇਹ ਤਿੰਨੇ ਸਹੀ ਨੇ ਜੀ। ਠੀਕ ਹੈ ਜੀ। ਮਤਲਬ ਕਿ ਇਹ ਸਾਰੇ ਯੂਨੀਸੈਲੂਲਰ ਹੀ ਹੁੰਦੇ ਆ, ਬਟ ਜਿਹੜਾ ਭਰੂਣ ਹੈ, ਭਰੂਣ ਮਤਲਬ ਕਿ ਇਹ ਫਰਟੀਲਾਈਜੇਸ਼ਨ ਤੋਂ ਬਾਅਦ ਦੀ ਪ੍ਰੋਸੈਸ ਹੈ। ਇਹਦੇ ਵਿੱਚ ਜਿਹੜਾ ਮਤਲਬ ਕਿ ਉਹ ਹੁੰਦਾ ਹੈ ਨਾ ਜੀ, ਫਰਟੀਲਾਈਜੇਸ਼ਨ ਤੋਂ ਪਹਿਲਾਂ ਤਾਂ ਇਹ ਕਹਿ ਲਓ ਕਿ ਇੱਕ ਸੈੱਲ ਹੁੰਦਾ, ਬਟ ਉਸ ਤੋਂ ਬਾਅਦ ਕਾਫੀ ਸਾਰੇ ਜਿਹੜੇ ਸੈੱਲ ਹੁੰਦੇ ਆ ਜੀ ਉਹ ਵਧਣ ਲੱਗ ਜਾਂਦੇ ਹੁੰਦੇ ਆ। ਸੋ ਭਰੂਣ ਕੀ ਹੈ ਜੀ, ਜਿਹਨੂੰ ਤੁਸੀਂ ਐਮਬ੍ਰਾਇਓ ਕਹਿੰਦੇ ਹੋ, ਇਹ ਯੂਨੀਸੈਲੂਲਰ ਨਹੀਂ ਹੁੰਦਾ, ਇਹ ਮਲਟੀਸੈਲੂਲਰ ਹੋ ਜਾਂਦਾ ਹੁੰਦਾ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਹ ਕਥਨ ਸੱਚ ਨਹੀਂ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਇਹ ਵੀ ਕਹਿ ਲਓ ਕਿ ਇੱਕ ਪੈਡਾਗੋਜੀ ਦਾ ਪ੍ਰਸ਼ਨ ਹੈ ਜੀ। 5ਵੀਂ ਜਮਾਤ ਦੇ ਅਧਿਆਪਕ ਨੇ
ਵਿਦਿਆਰਥੀਆਂ ਨੂੰ ਆਪਣੇ ਇਲਾਕੇ ਦਾ ਸਰਵੇਖਣ ਕਰਨ ਲਈ ਕਿਹਾ ਤੇ ਪਤਾ ਲਗਾਓ ਕਿ ਹਰ ਘਰ ਵਿੱਚ ਕਿੰਨਾ ਪਾਣੀ ਇਸਤੇਮਾਲ ਹੁੰਦਾ ਹੈ ਤੇ ਰਿਪੋਰਟ ਦਿਓ। ਇਸ ਕੰਮ ਨੂੰ ਪਰਖਣ ਦੇ ਮਾਪਦੰਡ ਕੀ ਹੋਣਗੇ ਜੀ? ਤੁਸੀਂ ਐਜ਼ ਅ ਟੀਚਰ ਹੈ ਨਾ ਵੀ ਤੁਸੀਂ ਬੱਚਿਆਂ ਨੂੰ ਕੰਮ ਦਿੱਤਾ ਕਿ ਤੁਸੀਂ ਆਪਦੇ ਇਲਾਕੇ ਵਿੱਚ ਜਾਓ, ਰਿਸਰਚ ਕਰੋ ਤੇ ਪਤਾ ਲਗਾਓ ਕਿ ਨਾ ਵੀ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਕਿੰਨਾ ਪਾਣੀ ਇਸਤੇਮਾਲ ਹੋ ਰਿਹਾ ਤੇ ਤੁਸੀਂ ਇਹਨੂੰ ਰਿਪੋਰਟ ਬਣਾ ਕੇ ਲੈ ਕੇ ਆਉਣਾ। ਇਹਦੇ ਵਿੱਚ ਕੀ ਕੀਤਾ ਜਾਏਗਾ ਜੀ? ਯੋਗ ਇੱਥੇ ਆਉਣਾ ਸੀਗਾ ਜੀ ਪ੍ਰਯੋਗ, ਭਵਿੱਖ ਅਨੁਮਾਨ ਤੇ ਨਿਰੀਖਣ, ਜਾਂ ਫਿਰ ਪ੍ਰਯੋਗ, ਨਿਰੀਖਣ ਤੇ ਵਰਗੀਕਰਨ, ਜਾਂ ਫਿਰ ਨਿਰੀਖਣ, ਪਰਿਕਲਪਨਾ, ਮਾਪਣ, ਜਾਂ ਫਿਰ ਸੰਚਾਰ ਤੇ ਇੱਥੇ ਆਊਗਾ ਜੀ ਪ੍ਰਸ਼ਨਿਕ ਤੇ ਛਾਣਬੀਣ। ਠੀਕ ਹੈ ਜੀ। ਇੱਥੇ ਮੈਂ ਤੁਹਾਨੂੰ ਇਹਦਾ ਸਹੀ ਜਵਾਬ ਦੱਸੂਗਾ ਸਿੱਧਾ ਤੇ ਉਹਨੂੰ ਅੰਗਰੇਜ਼ੀ ਵਿੱਚ ਵੀ ਦੱਸ ਦੂੰਗਾ ਇਹਦਾ ਕੀ ਜਵਾਬ ਹੋਏਗਾ ਜੀ। ਸੋ ਇੱਥੇ ਮੇਨਲੀ ਤੁਸੀਂ ਕਰਨਾ ਕੀ ਹੈ ਜੀ? ਸੰਚਾਰ ਕਰੋਗੇ। ਪਹਿਲਾਂ ਤਾਂ ਸੰਚਾਰ ਹੀ ਕਰੋਗੇ ਨਾ, ਇਹਦੇ ਵਿੱਚ ਤੁਹਾਨੂੰ ਕੋਈ ਪ੍ਰਯੋਗ ਕਰਨ ਦੀ ਲੋੜ ਨਹੀਂ ਹੈਗੀ, ਕੋਈ ਐਕਸਪੈਰੀਮੈਂਟ ਨਹੀਂ ਕਰਨਾ, ਤੁਸੀਂ ਕੋਈ ਐਸਟੀਮੇਟ ਨਹੀਂ ਲਾਉਣਾ, ਸਿੱਧਾ ਜਾ ਕੇ ਲੋਕਾਂ ਨਾਲ ਗੱਲਬਾਤ ਹੀ ਕਰੋਗੇ ਨਾ ਤੇ ਗੱਲਬਾਤ ਨੂੰ ਸੰਚਾਰ ਕਹਿੰਦੇ ਆ। ਸੰਚਾਰ ਨੂੰ ਅੰਗਰੇਜ਼ੀ 'ਚ ਕਮਿਊਨੀਕੇਸ਼ਨ ਕਹਿੰਦੇ ਆ। ਪ੍ਰਸ਼ਨ ਕੀ ਹੈ ਜੀ? ਇੱਥੇ ਆ ਜਾਂਦੀ ਹੈ ਜੀ ਕੁਐਸਚਨਿੰਗ ਕਰੋਗੇ ਤੁਸੀਂ ਉਹਨਾਂ ਸਾਰੇ ਮਾਪਿਆਂ ਨੂੰ, ਜਿਹੜੇ ਵੀ ਲੋਕ ਹੋਣਗੇ ਉਹਨਾਂ ਨੂੰ ਤੁਸੀਂ ਕੁਐਸਚਨਿੰਗ ਕਰੋਗੇ। ਕੁਐਸਚਨਿੰਗ ਤੋਂ ਬਾਅਦ ਤੁਸੀਂ ਜਿਹੜੀ ਛਾਣਬੀਣ ਹੈ ਜੀ, ਇਨਫਰੈਂਸਿੰਗ ਜਿਹੜੀ ਹੈ ਜੀ, ਇਨਫਰੈਂਸਿੰਗ ਉਹ ਕਰਨੀ ਸ਼ੁਰੂ ਕਰੋਗੇ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਜਦੋਂ ਅਸੀਂ ਸਿੱਖਿਆ ਦੌਰੇ ਫੀਲਡ ਵਿਜ਼ਿਟ ਨੂੰ ਈਵੀਐਸ ਦੀ ਜਮਾਤ ਵਿੱਚ ਵਰਤਦੇ ਹਾਂ, ਸਿੱਖਿਆ ਦੌਰਾ ਕਿਧਰੇ ਦੂਰ ਦੀ ਜਾਣੀ ਪਛਾਣੀ ਥਾਂ ਤੇ ਹੋਣਾ ਚਾਹੀਦਾ ਹੈ, ਜਾਂ ਫਿਰ ਆਪਸ਼ਨ ਨੰਬਰ ਬੀ ਸਿੱਖਿਆ ਦੌਰਾ ਦੋਹਾਂ ਰੂਪਾਂ ਦੇ ਵਿਦਿਆਰਥੀ ਲਈ ਵਰਤਿਆ ਜਾਵੇ, ਸਿੱਖਣ ਦੀ ਪ੍ਰਕਿਰਿਆ ਦੇ ਨਾਲ ਹੀ ਬੱਚਿਆਂ ਦੇ ਸਤਰ ਦਾ ਅਨੁਮਾਨ ਵੀ ਲਾਇਆ ਜਾਵੇ, ਜਾਂ ਫਿਰ ਸਿੱਖਿਆ ਦੌਰੇ ਲਈ ਪਹਿਲਾਂ ਯੋਜਨਾ, ਹਦਾਇਤਾਂ, ਐਕਟੀਵਿਟੀਜ਼ ਤੇ ਸਥਾਨ ਨੂੰ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਜਾਵੇ, ਜਾਂ ਫਿਰ ਆਪਸ਼ਨ ਨੰਬਰ ਡੀ ਸਿੱਖਿਆ ਦੌਰੇ ਲਈ ਬਣਾਈਆਂ ਗਈਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਤਾਂ ਜੋ ਇਹ ਯਾਤਰਾ ਦੇ ਵੱਧ ਤੋਂ ਵੱਧ ਫਾਇਦਾ ਚੁੱਕਿਆ ਜਾ ਸਕੇ। ਤੇ ਇੱਥੇ ਕੀ ਪੁੱਛਿਆ ਜਾ ਰਿਹਾ ਹੈ ਜੀ ਕਿ ਤੁਹਾਨੂੰ ਥੱਲੇ ਦਿੱਤੀਆਂ ਗਈਆਂ ਸਟੇਟਮੈਂਟ ਦੇ ਵਿੱਚ ਪੜ੍ਹਨਾ ਹੈ ਤੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਇਨਕਰੈਕਟ ਹੈ ਫੀਲਡ ਵਿਜ਼ਿਟ ਨੂੰ ਲੈ ਕੇ। ਤੁਸੀਂ ਐਜ਼ ਅ ਟੀਚਰ ਈਵੀਐਸ ਦੇ ਟੀਚਰ ਹੋ, ਤੁਸੀਂ ਜਾ ਰਹੇ ਹੋ ਬੱਚਿਆਂ ਨੂੰ ਮਤਲਬ ਕੀ ਹੈ ਨਾ ਫੀਲਡ ਟ੍ਰਿਪ ਤੇ ਲੈ ਕੇ ਜਾਣਾ ਵੀ ਤੁਸੀਂ। ਠੀਕ ਹੈ ਜੀ। ਆਪਸ਼ਨ ਨੰਬਰ ਜੇ ਤੁਸੀਂ ਡੀ ਨੂੰ ਵੇਖਦੇ ਹੋ ਕਿ ਸਿੱਖਿਆ ਦੌਰੇ ਲਈ ਬਣਾਈਆਂ ਗਈਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ, ਤੇ ਇਹ ਗੱਲ ਠੀਕ ਹੈ ਨਾ ਵੀ ਤੁਹਾਨੂੰ ਇਹ ਗੱਲਾਂ ਦਾ ਤੁਹਾਨੂੰ ਸਾਰੀਆਂ ਗੱਲਾਂ ਤੁਸੀਂ ਪਲਾਨਡ ਹੋਣ, ਵੈਲ ਪਲਾਨਡ ਹੋਣ, ਤਾਂ ਕਿ ਤੁਸੀਂ ਵੀ ਜਦੋਂ ਵੀ ਤੁਸੀਂ ਜਾਓ ਉੱਥੇ ਤੇ ਉਹਦੇ ਨਾਲ ਕੀ ਹੋਏਗਾ ਜੀ? ਉਹਦੇ ਨਾਲ ਤੁਸੀਂ ਸਾਰੀਆਂ ਹੀ ਗੱਲਾਂ ਦਾ ਜਿਹੜਾ ਭਰਪੂਰ ਫਾਇਦਾ ਹੈ ਬੱਚਿਆਂ ਨੂੰ ਵੀ ਤੇ ਉਹ ਮਤਲਬ ਕਿ ਗੇਨ ਕਰ ਸਕੋ ਕਾਫੀ ਕੁਝ। ਸੋ ਇਹ ਆਪਸ਼ਨ ਤਾਂ ਹੋਏਗੀ ਨਹੀਂ ਇੱਥੇ, ਕਿਉਂਕਿ ਇੱਥੇ ਆਪਾਂ ਕੀ ਦੱਸਣਾ ਹੈ ਜੀ ਕਿਹੜਾ ਕਥਨ ਸਹੀ ਨਹੀਂ ਹੈ। ਆਪਸ਼ਨ ਨੰਬਰ ਸੀ ਵੇਖੋ ਸਿੱਖਿਆ ਦੌਰੇ ਲਈ ਪਹਿਲਾਂ ਯੋਜਨਾ, ਹਦਾਇਤਾਂ, ਐਕਟੀਵਿਟੀਜ਼ ਤੇ ਸਥਾਨ ਨੂੰ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਜਾਵੇ, ਇਹ ਵੀ ਗੱਲ ਠੀਕ ਹੈ ਜੀ। ਆਪਸ਼ਨ ਨੰਬਰ ਬੀ ਵੇਖੋ ਸਿੱਖਿਆ ਦੌਰਾ ਦੋਹਾਂ ਰੂਪਾਂ ਵਿੱਚ ਵਿਦਿਆ ਲਈ ਵਰਤਿਆ ਜਾਵੇ ਤੇ ਸਿੱਖਣ ਦੀ ਪ੍ਰਕਿਰਿਆ ਦੇ ਨਾਲ ਹੀ ਬੱਚਿਆਂ ਦੇ ਸਤਰ ਦਾ ਅਨੁਮਾਨ ਵੀ ਲਾਇਆ ਜਾਵੇ, ਇਹ ਵੀ ਗੱਲ ਠੀਕ ਹੈ ਜੀ। ਬਟ ਜੇ ਤੁਸੀਂ ਆਪਸ਼ਨ ਨੰਬਰ ਏ ਵੇਖੋ ਸਿੱਖਿਆ ਦੌਰਾ ਕਿਧਰੇ ਦੂਰ ਤੇ ਜਾਣੀ ਪਛਾਣੀ ਥਾਂ ਤੇ ਹੋਣਾ ਚਾਹੀਦਾ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਸੋ ਆਪਸ਼ਨ ਨੰਬਰ ਏ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ, ਕਿਉਂਕਿ ਇਹ ਗੱਲ ਠੀਕ ਨਹੀਂ ਲਿਖੀ ਹੋਈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਜ਼ਰੂਰੀ ਸ਼ਰਤ ਨਹੀਂ ਹੈ ਜੋ ਪ੍ਰਾਇਮਰੀ ਦਰਜੇ ਦੇ ਨਕਸ਼ੇ ਬਣਾਉਣ ਦੀ ਯੋਗਤਾ ਦਾ ਵਿਕਾਸ ਕਰੇ? ਪ੍ਰਾਇਮਰੀ ਕਲਾਸ ਦੇ ਜਿਹੜੇ ਬੱਚੇ ਹੈਗੇ ਆ ਜੀ ਉਹਨਾਂ ਨੇ ਜੇਕਰ ਨਕਸ਼ਾ ਬਣਾਉਣਾ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ? ਸੰਬੰਧੀ ਹਾਲਤ ਬਾਰੇ ਜਾਣਕਾਰੀ, ਸੰਬੰਧੀ ਦਿਸ਼ਾਵਾਂ ਬਾਰੇ ਜਾਣਕਾਰੀ, ਜਾਂ ਫਿਰ ਪੈਮਾਨੇ ਦੇ ਅਨੁਸਾਰ ਬਣਾਉਣ ਲਈ, ਜਾਂ ਫਿਰ ਕਹਿ ਸਕਦੇ ਆ ਜੀ ਉੱਪਰਲੀ ਤੇ ਹੇਠਲੀ ਦਿੱਖ ਬਾਰੇ ਜਾਣਕਾਰੀ। ਠੀਕ ਹੈ ਜੀ। ਤੇ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਨਕਸ਼ਾ ਬਣਾਉਨੇ ਆ ਨਾ ਉੱਥੇ ਕੁਝ ਕੰਪੋਨੈਂਟਸ ਹੁੰਦੇ ਆ ਕਿ ਆਪਾਂ ਨੂੰ ਦਿਸ਼ਾਵਾਂ ਬਾਰੇ ਪਤਾ ਹੋਵੇ, ਆਪਾਂ ਨੂੰ ਉਹਦੇ ਹਾਲਤ ਜਿਹੜੇ ਹੈਗੇ ਜੀ ਸਿਚੁਏਸ਼ਨਾਂ ਬਾਰੇ ਪਤਾ ਹੋਵੇ, ਕਹਿ ਸਕਦੇ ਆ ਜੀ ਕਿ ਜਿਹੜੀਆਂ ਰਿਲੇਟਿਵ ਪੋਜੀਸ਼ਨਸ ਹੈਗੀਆਂ ਨੇ ਜੀ, ਤੇ ਇਸ ਤੋਂ ਬਾਅਦ ਕਹਿ ਲਓ ਕਿ ਜਿਹੜੀ ਟੌਪ ਬਾਟਮ ਵਿਊ ਹੈ ਜੀ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਬਟ ਆਪਾਂ ਪੈਮਾਨੇ ਦਾ ਵੀ ਬੜਾ ਧਿਆਨ ਰੱਖਣਾ ਹੁੰਦਾ। ਬਟ ਇਹ ਬੱਚੇ ਕਿਹੜੇ ਆ ਜੀ? ਪ੍ਰਾਇਮਰੀ ਕਲਾਸ ਦੇ ਬੱਚੇ ਆ। ਠੀਕ ਹੈ ਜੀ। ਤੇ ਪ੍ਰਾਇਮਰੀ ਕਲਾਸ ਵਾਲੇ ਬੱਚਿਆਂ ਨੂੰ ਪੈਮਾਨੇ ਤੇ ਆਪਾਂ ਇੰਨਾ ਅਕੋਰਡਿੰਗ ਬਣਾਉਣ ਲਈ ਆਪਾਂ ਨਹੀਂ ਕਹਿਣਾ। ਠੀਕ ਹੈ ਨਾ ਜੀ। ਤੇ ਇਹਨਾਂ ਦੇ ਵਿੱਚ ਮੇਨਲੀ ਆਪਸ਼ਨ ਨੰਬਰ ਏ, ਬੀ ਤੇ ਡੀ ਸਹੀ ਹੈ, ਬਟ ਆਪਸ਼ਨ ਨੰਬਰ ਜਿਹੜਾ ਸੀ ਹੈ ਜੀ ਇਹ ਤੁਹਾਡਾ ਬਿਲਕੁਲ ਗਲਤ ਜਵਾਬ ਹੋਏਗਾ। ਜੇਕਰ ਇੱਥੇ ਪ੍ਰਾਇਮਰੀ ਨਾ ਲਿਖਿਆ ਹੁੰਦਾ ਤੇ ਮੇ ਬੀ ਆਪਸ਼ਨ ਨੰਬਰ ਇੱਥੇ ਸੀ ਜਵਾਬ ਵੀ ਨਾ ਹੁੰਦਾ। ਠੀਕ ਹੈ ਨਾ ਜੀ। ਤੇ ਉਸ ਦੇ ਅਕੋਰਡਿੰਗ ਫਿਰ ਇੱਥੇ ਕੋਈ ਹੋਰ ਆਪਸ਼ਨ ਹੋਣੀ ਸੀਗੀ। ਬਟ ਜੇਕਰ ਆਪਾਂ ਪ੍ਰਾਇਮਰੀ ਸਕੂਲ ਵਾਲੇ ਬੱਚਿਆਂ ਦੀ ਗੱਲ ਕਰੀਏ ਤੇ ਉਹਨਾਂ ਲਈ ਜਿਹੜਾ ਪੈਮਾਨਾ ਹੁੰਦਾ ਜੀ ਸਕੇਲ ਦੀ ਕੋਈ ਇਹਦੇ ਵਿੱਚ ਕਹਿ ਸਕਦੇ ਹਾਂ ਜੀ ਖਾਸ ਜ਼ਰੂਰਤ ਨਹੀਂ ਹੁੰਦੀ ਕਿ ਉਹਦੇ ਅਕੋਰਡਿੰਗ ਹੀ ਬਣਾਉਣਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਆਪਾਂ ਚੱਲਦੇ ਹਾਂ ਜੀ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ। NCF 2005 ਦਾ EVS ਜਿਹੜਾ ਸਿਲੇਬਸ ਹੈ ਜੀ ਪ੍ਰਾਇਮਰੀ ਦਰਜੇ ਤੇ ਹੀ ਸੰਕਲਿਤ ਵਿਸ਼ੇ ਖੇਤਰ ਕਰਨ ਦਾ ਜਿਹੜਾ ਸੁਝਾਅ ਹੈ, ਇਸ ਦਾ ਜਿਹੜਾ ਵੱਡਾ ਲਾਭ ਜਿਹੜਾ ਹੈ ਉਹਦਾ ਉਦੇਸ਼ ਕੀ ਹੈ? ਇਹਦੇ ਵਿੱਚ ਇਹ ਹੈ ਕਿ ਜਿਹੜਾ NCF 2005 ਹੈ proposes integrated and thematic approach for EVS curriculum at primary stage। ਇਹਦੇ ਕੀ ਮੇਜਰ ਪਰਪਸ ਹੋ ਸਕਦੇ ਆ ਜੀ ਐਡਵਾਂਟੇਜ ਆਫ ਸੱਚ ਅਪਰੋਚ, ਵੀ ਇਹਦੇ ਕੀ ਉਦੇਸ਼ ਜਾਂ ਫਿਰ ਫਾਇਦੇ ਹੋ ਸਕਦੇ ਆ ਜੀ? ਜੇ ਆਪਾਂ ਗੱਲ ਕਰੀਏ ਕਿ ਸਟੂਡੈਂਟ ਹੈਵ ਟੂ ਸਟੱਡੀ
ਓਨਲੀ ਵਨ ਸਬਜੈਕਟ ਕੀ ਹੈ ਨਾ ਵੀ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਨੂੰ ਸਿਰਫ ਇੱਕ ਵਿਸ਼ਾ ਹੀ ਪੜ੍ਹਨਾ ਪੈਣਾ। ਸਿਲੇਬਸ ਦਾ ਜਿਹੜਾ ਭਾਰ ਹੈ ਜੀ ਬਰਡਨ ਹੈ ਉਹ ਘਟੇਗਾ। ਵਿਦਿਆਰਥੀ ਪਰਸਪਰ ਸੰਬੰਧ ਸਥਾਪਿਤ ਕਰਨਗੇ, ਭਾਵ ਕਿ ਜਿਹੜਾ ਸਟੂਡੈਂਟ ਹੈ ਜੀ ਜਿਹੜੇ ਲਿੰਕੇजेस ਹੈਗੇ ਆ ਜੀ ਉਹ ਸਥਾਪਿਤ ਕਰਨਗੇ ਜਾਂ ਫਿਰ ਜ਼ਿਆਦਾ ਨੰਬਰ ਲੈ ਸਕਣਗੇ। ਨੰਬਰਾਂ ਦੀ ਆਪਾਂ ਗੱਲ ਨਹੀਂ ਕਰਨੀ ਜੀ, ਸਿਲੇਬਸ ਵਾਲੀ ਵੀ ਆਪਾਂ ਗੱਲ ਨਹੀਂ ਕਰਾਂਗੇ, ਇਹ ਵੀ ਨੈਗੇਟਿਵ ਆ ਜਾਂਦੀ ਆ। ਵਿਦਿਆਰਥੀ ਕੇਵਲ ਇੱਥੇ ਤਾਂ ਆ ਗਿਆ ਜੀ ਜੇਕਰ ਤੁਹਾਨੂੰ ਆਪਸ਼ਨ ਨੰਬਰ ਸੀ ਨਹੀਂ ਵੀ ਸਮਝ ਆਇਆ ਫਿਰ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਇੱਕ ਅੰਦਾਜ਼ਾ ਲੱਗ ਜਾਂਦਾ ਕਿ ਹਾਂ ਵੀ ਇਹ ਜਵਾਬ ਸਹੀ ਹੈ। ਕਿਉਂਕਿ ਇਹਦੇ ਵਿੱਚ ਆਪਾਂ ਕੀ ਕਰਾਂਗੇ ਜੀ ਸਟੂਡੈਂਟ ਜਿਹੜੇ ਹੋਣਗੇ ਜਿਹੜੇ ਲਿੰਕੇजेस ਹੈਗੇ ਆ ਜੀ ਉਹ ਸਾਰੀਆਂ ਚੀਜ਼ਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਤੇ। ਜਿਹੜਾ ਲਾਸਟ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਾਇਮਰੀ ਲਈ EVS ਪੜਾਉਣ ਦਾ ਉਦੇਸ਼ ਨਹੀਂ ਹੈ। ਹਾਲਾਂਕਿ ਕਾਫੀ ਕੰਟਰੋਵਰਸ਼ੀਅਲ ਜਿਹਾ ਕੁਐਸਚਨ ਹੈ ਜੀ। ਕੰਟਰੋਵਰਸ਼ੀਅਲ ਦਾ ਭਾਵ ਇਹ ਹੈ ਕਿ ਇੱਥੇ ਤੁਹਾਨੂੰ ਦੋ ਜਵਾਬ ਵੀ ਸਹੀ ਲੱਗ ਸਕਦੇ ਆ, ਬਟ ਫਿਰ ਵੀ ਮੇਰੇ ਵੱਲੋਂ ਜਿੰਨਾ ਹੋਊਗਾ ਜੀ ਮੈਂ ਤੁਹਾਨੂੰ ਬੈਸਟ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਤੇ ਇੱਥੇ ਵੇਖਦੇ ਹਾਂ ਕੀ ਜਵਾਬ ਹੋਊਗਾ। ਵਿਗਿਆਨ ਤੇ ਸਮਾਜਿਕ ਵਿਗਿਆਨ ਨੂੰ ਇੱਕ ਹੀ ਸੰਕਲਪ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਆਲੋਚਨਾਤਮਕ ਢੰਗ ਨਾਲ ਲਿੰਗ ਸੰਬੰਧਾਂ ਬਾਰੇ ਗੱਲ ਕਰਨ ਦੇ ਯੋਗ ਬਣਾਉਣਾ, ਹਾਸ਼ਿਆਕਰਨ ਅਤੇ ਦਮਨ ਸੰਬੰਧੀ ਮੁੱਦਿਆਂ ਬਾਰੇ ਆਲੋਚਨਾਤਮਕ ਸਮਝ ਬਣਾਉਣਾ ਜਾਂ ਫਿਰ ਪਰਿਆਵਰਣ ਸੰਬੰਧੀ ਜਾਗਰੂਕਤਾ ਦਾ ਵਿਕਾਸ। ਇੱਥੇ ਦੋਸਤੋ ਜੇਕਰ ਆਪਾਂ EVS ਦੀ ਗੱਲ ਕਰੀਏ ਪੜਾਉਣ ਦਾ ਉਦੇਸ਼ ਨਹੀਂ ਹੈ। ਵਿਗਿਆਨ ਤੇ ਸਮਾਜਿਕ ਵਿਗਿਆਨ ਨੂੰ ਇੱਕ ਹੀ ਸੰਕਲਪ ਨਾਲ ਪੇਸ਼ ਕਰਨਾ ਇਹ ਗੱਲ ਠੀਕ ਹੈ ਜੀ। ਠੀਕ ਹੈ ਜੀ ਕਿ ਜਿਹੜਾ ਵੀ ਉਹਨਾਂ ਦਾ SST ਦਾ ਜਿਹੜਾ ਸਬਜੈਕਟ ਹੈ, ਸਾਇੰਸ ਦਾ ਜਿਹੜਾ ਸਬਜੈਕਟ ਹੈ ਉਹਨੂੰ ਤੁਸੀਂ ਐਜ਼ ਅ ਕਹਿ ਲਓ ਕਿ ਕਨਸੈਪਟ ਐਜ਼ ਅ ਵਨ ਸਬਜੈਕਟ ਤੁਸੀਂ ਇਹਨੂੰ ਪੇਸ਼ ਕਰਦੇ ਹੋ EVS ਦੇ ਵਿੱਚ। ਠੀਕ ਹੈ ਜੀ। ਆਪਸ਼ਨ ਨੰਬਰ B ਵੇਖੋ, ਆਲੋਚਨਾਤਮਕ ਢੰਗ ਨਾਲ ਲਿੰਗ ਸੰਬੰਧਾਂ ਬਾਰੇ ਗੱਲ ਕਰਨ ਦਾ ਯੋਗ ਬਣਾਉਣਾ। ਠੀਕ ਹੈ ਜੀ, ਇਹ ਵੀ ਗੱਲ ਠੀਕ ਹੈ। ਤੇ ਆਪਸ਼ਨ ਨੰਬਰ C ਵੇਖੋ ਤੇ ਆਪਸ਼ਨ ਨੰਬਰ D ਵੇਖੋ। D ਵੀ ਇੱਥੇ ਸਹੀ ਹੈ ਕਿ ਪਰਿਆਵਰਣ ਸੰਬੰਧੀ ਜਾਗਰੂਕਤਾ ਦਾ ਵਿਕਾਸ ਕਰਨਾ, ਇਹ ਵੀ ਗੱਲ EVS ਬਾਰੇ ਸਹੀ ਗੱਲ ਕੀਤੀ ਗਈ ਹੈ। ਬਟ ਆਪਸ਼ਨ ਨੰਬਰ D ਵੇਖੋ, ਹਾਸ਼ਿਆਕਰਨ ਅਤੇ ਦਮਨ ਸੰਬੰਧੀ ਮੁੱਦਿਆਂ ਬਾਰੇ ਆਲੋਚਨਾਤਮਕ ਸਮਝ ਬਣਾਉਣਾ। ਸਟੂਡੈਂਟ ਜਿਹੜੇ ਹੁੰਦੇ ਆ ਨਾ ਪ੍ਰਾਇਮਰੀ ਸਕੂਲ ਵਾਲੇ ਉਹ ਕਾਫੀ ਜ਼ਿਆਦਾ ਛੋਟੇ ਹੁੰਦੇ ਆ ਤੇ ਇਹਦੇ ਵਿੱਚ ਗੱਲ ਕੀ ਕੀਤੀ ਜਾ ਰਹੀ ਹੈ ਕਿ ਟੂ ਏਬਲ ਬੱਚਿਆਂ ਨੂੰ ਏਬਲ ਬਣਾਓ ਕ੍ਰਿਟੀਕਲੀ ਐਡਰੈਸ ਕਰਨ ਦੇ ਲਈ ਇਸ਼ੂ ਆਫ ਮਾਰਜਨਲਾਈਜੇਸ਼ਨ ਐਂਡ ਓਪਰੈਸ਼ਨ। ਤੇ ਉਹ ਕਾਫੀ ਜ਼ਿਆਦਾ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਸਮਝ ਹੈਗੀ ਆ ਜੀ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਆਪਾਂ ਉਹਨਾਂ ਨੂੰ ਇਹ ਸਭ ਸਮਝਣ ਦੀ ਕੈਪੇਬਲ ਬਣਾਈਏ। ਠੀਕ ਹੈ ਜੀ, ਉਹ ਅੱਗੇ ਜਾ ਕੇ ਉਹ ਬੱਚੇ ਇਹਨਾਂ ਦੇ ਕੈਪੇਬਲ ਬਣਦੇ ਆ ਜੀ। ਤੇ ਇੱਥੇ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ C। ਇੱਥੇ ਵੈਸੇ ਆਪਸ਼ਨ ਨੰਬਰ B ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਆਲੋਚਨਾਤਮਕ ਢੰਗ ਨਾਲ ਜਿਹੜਾ ਲਿੰਗ ਸੰਬੰਧਾਂ ਬਾਰੇ ਗੱਲ ਕਰਨ ਦੇ ਯੋਗ ਬਣਾਉਣਾ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ, ਬਟ ਇੱਥੇ ਇਹਨਾਂ ਨੂੰ ਥੋੜਾ ਜਿਹਾ ਜਿਹੜਾ ਆਪਸ਼ਨ ਹੈਗੀਆਂ ਨੇ ਜੀ ਇਹ ਵੀ ਵੱਡੇ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇੱਥੇ ਗੱਲ ਲਿਖੀ ਹੋਈ ਹੈ। ਤੇ ਚਲੋ ਹੁਣ ਆਪਸ਼ਨਾਂ ਦੇ ਅਕੋਰਡਿੰਗ ਤਾਂ ਆਪਾਂ ਆਪਸ਼ਨ ਨੰਬਰ C ਹੀ ਲਗਾਉਣਾ ਸੀਗਾ। ਆਪਸ਼ਨ ਨੰਬਰ ਇੱਥੇ C ਹੋਏਗਾ ਜੀ ਤੁਹਾਡਾ ਸਹੀ ਜਵਾਬ। ਉਮੀਦ ਕਰਦਾ ਜੀ ਸੈਸ਼ਨ ਨੂੰ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਊਗਾ। ਜੇਕਰ ਸੈਸ਼ਨ ਨੂੰ ਇੰਜੋਏ ਕੀਤਾ ਹੈ ਤਾਂ ਸੈਸ਼ਨ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਜੀ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू।